Hello, myself Balraj Somal. Today we cover Anglo-Sikh War Part 2. ਅੱਜ ਆਪਾਂ ਐਂਗਲੋ ਸਿੱਖ ਵਾਰ ਦਾ ਦੂਜਾ ਭਾਗ ਕਰਾਂਗੇ। ਪਿਛਲੇ ਭਾਗ ਵਿੱਚ ਆਪਾਂ ਨੇ ਐਂਗਲੋ ਸਿੱਖ ਵਾਰ ਦਾ ਪਹਿਲਾ ਭਾਗ ਕੀਤਾ ਸੀ, ਜਿਸ ਵਿੱਚ ਆਪਾਂ ਨੇ ਪਹਿਲੀਆਂ ਐਂਗਲੋ ਸਿੱਖ ਵਾਰ ਨੂੰ ਕਵਰ ਕੀਤਾ। ਪਹਿਲੀਆਂ ਐਂਗਲੋ ਸਿੱਖ ਵਾਰ ਵਿੱਚ ਆਪਾਂ ਨੇ ਟੋਟਲ 5 ਬੈਟਲਾਂ ਦੇਖੀਆਂ ਸੀਗੀਆਂ। ਕਿਹੜੀਆਂ-ਕਿਹੜੀਆਂ? ਬੈਟਲ ਆਫ ਮੁਦਕੀ, ਬੈਟਲ ਆਫ ਫਿਰੋਜ਼ ਸ਼ਹਿਰ, ਬੈਟਲ ਆਫ ਬੱਦੋਵਾਲ, ਬੈਟਲ ਆਫ ਅਲੀਵਾਲ ਐਂਡ ਬੈਟਲ ਆਫ ਸਬਰਾਉਂ। ਅੱਜ ਦੇ ਲੈਕਚਰ ਵਿੱਚ ਆਪਾਂ ਦੇਖਾਂਗੇ ਸੈਕੰਡ ਐਂਗਲੋ ਸਿੱਖ ਵਾਰ। ਦੂਸਰੀ ਐਂਗਲੋ ਸਿੱਖ ਵਾਰ ਕਿਉਂ ਹੋਈ, ਕੀ ਕਾਰਨ ਸੀ, ਕਿਹੜੀਆਂ-ਕਿਹੜੀਆਂ ਜੰਗਾਂ ਹੋਈਆਂ ਤੇ ਉਹਨਾਂ ਤੋਂ ਬਾਅਦ ਪੰਜਾਬ ਨਾਲ ਕੀ ਹੋਇਆ। ਠੀਕ ਹੈ ਜੀ, ਇਹ ਕੁਝ ਸਾਰਾ ਕੁਝ ਅੱਜ ਦੇ ਲੈਕਚਰ ਵਿੱਚ ਆਪਾਂ ਕਵਰ ਕਰਾਂਗੇ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਜਾਣਕਾਰੀ। ਅਗਰ ਤੁਸੀਂ ਸਾਡੇ ਇੰਸਟੀਚਿਊਟ ਜਾਂ ਚੈਨਲ ਰਿਲੇਟਡ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਸਪੈਸ਼ਲ ਈਟੀਟੀ ਵਾਲੇ ਨੇ, ਸਪੈਸ਼ਲ ਈਟੀਟੀ ਦੇ ਪੇਪਰ ਸੈਕਿੰਡ ਦੇ ਲਈ ਸਾਡਾ ਟੈਲੀਗ੍ਰਾਮ ਗਰੁੱਪ ਹੈ। ਠੀਕ ਹੈ ਜੀ, ਇਸ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ। ਤੁਸੀਂ ਸਾਡਾ ਸਪੈਸ਼ਲ ਈਟੀਟੀ ਪੇਪਰ 2 ਦੇ ਲਈ ਇਹ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ। ਤੁਹਾਨੂੰ ਇਸ ਟੈਲੀਗ੍ਰਾਮ ਗਰੁੱਪ ਵਿੱਚ ਸਾਰੇ ਲੈਕਚਰਾਂ ਦੇ MCQs, PDF ਤੇ ਵਰਕਸ਼ੀਟਸ ਮਿਲਣਗੀਆਂ। ਠੀਕ ਹੈ ਜੀ, ਤਾਂ ਜਲਦੀ ਤੋਂ ਜਲਦੀ ਸਾਡਾ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ ਤੇ ਆਪਣੇ ਈਟੀਟੀ ਦੇ ਪੇਪਰ ਦੇ ਵਿੱਚ ਕਾਮਯਾਬੀ ਨੂੰ ਆਪਣੀ ਨੂੰ ਯਕੀਨੀ ਬਣਾਓ। ਠੀਕ ਹੈ ਜੀ, ਸਭ ਤੋਂ ਪਹਿਲਾਂ ਕੀ ਹੈਗੀ ਸੈਕੰਡ ਐਂਗਲੋ ਸਿੱਖ ਵਾਰ। ਦੂਸਰੀਆਂ ਐਂਗਲੋ ਸਿੱਖ ਵਾਰ ਕਦੋਂ ਹੋਈਆਂ? ਠੀਕ ਹੈ ਜੀ, ਕੌਣ ਉਸ ਵਕਤ ਗਵਰਨਰ ਜਨਰਲ ਸੀ ਇੰਡੀਆ ਦਾ ਤੇ ਰਾਜਾ ਕੌਣ ਸੀਗਾ ਪੰਜਾਬ ਦਾ। ਠੀਕ, ਸੈਕੰਡ ਐਂਗਲੋ ਸਿੱਖ ਵਾਰ ਹੋਈਆਂ ਨੇ 1848 ਤੋਂ 1849 ਦੇ ਵਿੱਚ। 1848 ਤੋਂ ਲੈ ਕੇ 1849 ਦੇ ਵਿੱਚ ਸੈਕੰਡ ਐਂਗਲੋ ਸਿੱਖ ਵਾਰ ਹੋਈਆਂ ਨੇ। ਇਸ ਐਂਗਲੋ ਸਿੱਖ ਵਾਰ ਦੇ ਵਿੱਚ, ਸੈਕੰਡ ਐਂਗਲੋ ਸਿੱਖ ਵਾਰ ਦੇ ਵਿੱਚ ਟੋਟਲ 4 ਬੈਟਲਸ ਹੁੰਦੀਆਂ ਨੇ, 4 ਲੜਾਈਆਂ ਹੁੰਦੀਆਂ ਨੇ ਜੋ ਆਪਾਂ ਅੱਗੇ ਪੜਾਂਗੇ। ਠੀਕ ਹੈ ਜੀ, ਤੇ ਇਸ ਵਕਤ ਲਾਰਡ ਡਲਹੌਜੀ ਕੌਣ ਸੀਗਾ? ਗਵਰਨਰ ਜਨਰਲ ਆਫ ਇੰਡੀਆ। ਲਾਰਡ ਡਲਹੌਜੀ ਗਵਰਨਰ ਜਨਰਲ ਆਫ ਇੰਡੀਆ ਬਣਿਆ ਸੀਗਾ ਸੈਕੰਡ ਐਂਗਲੋ ਸਿੱਖ ਵਾਰ ਦੇ ਟਾਈਮ। ਪਹਿਲੀ ਐਂਗਲੋ ਸਿੱਖ ਵਾਰ ਦੇ ਟਾਈਮ ਕੌਣ ਸੀਗਾ? ਲਾਰਡ ਹਾਰਡਿੰਗ। ਲਾਰਡ ਹਾਰਡਿੰਗ ਕੌਣ ਸੀਗਾ? ਗਵਰਨਰ ਜਨਰਲ ਆਫ ਇੰਡੀਆ। ਬਟ ਸੈਕੰਡ ਐਂਗਲੋ ਸਿੱਖ ਵਾਰ ਦੇ ਟਾਈਮ ਕੌਣ ਸੀਗਾ? ਲਾਰਡ ਡਲਹੌਜੀ। ਦੇਖੋ, ਲਾਰਡ ਡਲਹੌਜੀ ਨੂੰ ਕਿਹਾ ਜਾਂਦਾ ਹੈ, ਠੀਕ ਹੈ, ਗੋਲਡਨ ਪੀਰੀਅਡ ਦਾ, ਜੋ ਆਪਣੀ ਮਾਡਰਨ ਹਿਸਟਰੀ ਦੇ ਵਿੱਚ ਗੋਲਡਨ ਪੀਰੀਅਡ ਆਉਂਦਾ ਹੈ। ਇੰਡੀਆ ਦਾ ਸੁਨਹਿਰੀ ਕਾਲ, ਇੰਡੀਆ ਦਾ ਸੁਨਹਿਰੀ ਕਾਲ ਕਿਸ ਵਕਤ ਕਿਹਾ ਜਾਂਦਾ ਹੈ? ਲਾਰਡ ਡਲਹੌਜੀ ਵਕਤ, ਕਿਉਂਕਿ ਇਸ ਦੇ ਟਾਈਮ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਤਰੱਕੀ ਹੋਈ ਸੀ। ਇੰਡੀਆ ਦੇ ਵਿੱਚ ਟ੍ਰੇਨ ਆਈ ਸੀਗੀ, ਰੇਲ ਗੱਡੀ ਆਈ ਸੀਗੀ, ਇੰਡੀਆ ਵਿੱਚ ਪੋਸਟ ਆਫਿਸ ਆਇਆ ਸੀਗਾ, ਇੰਡੀਆ ਦੇ ਵਿੱਚ ਟੈਲੀਗ੍ਰਾਮ ਸ਼ੁਰੂ ਹੋਇਆ ਸੀ। ਇਹ ਸਾਰਾ ਕੁਝ ਕਿਸ ਦੇ ਟਾਈਮ ਹੋਇਆ ਹੈ? ਲਾਰਡ ਡਲਹੌਜੀ ਦੇ ਟਾਈਮ ਹੋਇਆ ਹੈ। ਤਾਂ ਲਾਰਡ ਡਲਹੌਜੀ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ, ਜੋ ਲਾਰਡ ਡਲਹੌਜੀ ਦਾ ਟਾਈਮ ਹੈ ਉਸ ਟਾਈਮ ਨੂੰ ਕਿਹਾ ਜਾਂਦਾ ਹੈ ਗੋਲਡਨ ਪੀਰੀਅਡ ਆਫ ਇੰਡੀਆ, ਭਾਰਤ ਦਾ ਸੁਨਹਿਰੀ ਕਾਲ। ਠੀਕ ਹੈ ਜੀ, ਦੇਖੋ 3 ਸੁਨਹਿਰੀ ਕਾਲ ਹੋਏ ਨੇ ਐਂਸ਼ੀਅੰਟ ਇੰਡੀਆ ਦੇ ਵਿੱਚ। ਗੁਪਤਾ ਅੰਪਾਇਰ, ਤੁਸੀਂ ਗੁਪਤਾ ਪੜ੍ਹੇ ਹੋਣਗੇ, ਸ਼੍ਰੀ ਗੁਪਤਾ, ਸਮੁੰਦਰ ਗੁਪਤਾ। ਗੁਪਤਾ ਅੰਪਾਇਰ ਨੂੰ ਕਿਹਾ ਜਾਂਦਾ ਸੀਗਾ, ਠੀਕ ਹੈ, ਗੋਲਡਨ ਪੀਰੀਅਡ। ਇਹ ਹੈਗਾ ਐਂਸ਼ੀਅੰਟ ਹਿਸਟਰੀ ਦਾ। ਠੀਕ ਹੈ ਜੀ, ਆਪਣੇ ਗੋਲਡਨ ਪੀਰੀਅਡ ਕਿਹਾ ਜਾਂਦਾ ਸੀਗਾ ਐਂਸ਼ੀਅੰਟ ਹਿਸਟਰੀ ਦਾ। ਤਾਂ ਕੁਐਸਚਨ ਆਉਂਦਾ ਕਿ ਐਂਸ਼ੀਅੰਟ ਹਿਸਟਰੀ ਦਾ ਗੋਲਡਨ ਪੀਰੀਅਡ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਉਹ ਹੈ ਗੁਪਤਾ ਅੰਪਾਇਰ। ਗੁਪਤਾ ਅੰਪਾਇਰ। ਉਸੇ ਤਰ੍ਹਾਂ ਅੱਗੇ ਆਉਂਦੀ ਹੈ ਮੀਡੀਵਲ ਹਿਸਟਰੀ। ਮੀਡੀਵਲ ਹਿਸਟਰੀ, ਮੀਡੀਵਲ ਹਿਸਟਰੀ ਦਾ ਗੋਲਡਨ ਪੀਰੀਅਡ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਹੈ ਸ਼ਾਹਜਹਾਨ ਨੂੰ। ਸ਼ਾਹਜਹਾਨ ਨੂੰ ਕਿਹਾ ਜਾਂਦਾ ਹੈ ਗੋਲਡਨ ਪੀਰੀਅਡ। ਠੀਕ ਹੈ ਜੀ, ਮੀਡੀਵਲ ਹਿਸਟਰੀ ਦਾ। ਤੇ ਮਾਡਰਨ ਹਿਸਟਰੀ ਦਾ ਲਾਰਡ ਡਲਹੌਜੀ ਨੂੰ। ਗੋਲਡਨ ਪੀਰੀਅਡ ਦਾ ਮਤਲਬ ਕੀ ਹੁੰਦਾ ਹੈ ਕਿ ਇਹਨਾਂ ਦੇ ਟਾਈਮ ਭਾਰਤ ਦੇ ਵਿੱਚ ਆਰਟ ਐਂਡ ਕਲਚਰ ਨੇ, ਠੀਕ ਹੈ ਜੀ, ਆਰਟ ਐਂਡ ਕਲਚਰ ਨੇ, ਲਿਟਰੇਚਰ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਸੀ। ਤੇ ਇਸ ਤੋਂ ਇਲਾਵਾ ਇਹਨਾਂ ਦੇ ਵਕਤ ਜਿਹੜੀਆਂ ਭਾਰਤ ਦੀਆਂ ਹੱਦਾਂ ਸੀਗੀਆਂ, ਏਰੀਆ ਸੀ, ਉਹ ਬਹੁਤ ਜ਼ਿਆਦਾ ਫੈਲ ਚੁੱਕਿਆ ਸੀਗਾ। ਠੀਕ ਹੈ ਜੀ, ਤਾਂ ਇਹ ਕਿੰਨਾ ਟਾਈਮ ਹੋਇਆ? ਲਾਰਡ ਡਲਹੌਜੀ ਦੇ ਟਾਈਮ ਮਾਡਰਨ ਹਿਸਟਰੀ ਦੇ ਵਿੱਚ। ਤੇ ਸੈਕੰਡ ਐਂਗਲੋ ਸਿੱਖ ਵਾਰ ਵੇਲੇ ਮਹਾਰਾਜਾ ਦਲੀਪ ਸਿੰਘ ਕੌਣ ਸੀ? ਉਹ ਮਾਈਨਰ ਰੂਲਰ ਸੀ ਲਾਹੌਰ ਦਾ, ਜਾਣੀ ਕਿ ਅਜੇ ਵੀ ਇਹ ਕੀ ਸੀਗੇ? ਨਾਬਾਲਗ ਸੀਗੇ। ਠੀਕ ਹੈ, ਨਾਬਾਲਗ ਰਾਜੇ ਸੀਗੇ ਲਾਹੌਰ ਦੇ ਮਹਾਰਾਜਾ ਦਲੀਪ ਸਿੰਘ। ਤਾਂ ਇਹ ਸੀਗੀਆਂ ਸੈਕੰਡ ਐਂਗਲੋ ਸਿੱਖ ਵਾਰ ਵੇਲੇ ਕੁਝ ਮੇਨ ਗੱਲਾਂ। ਪਹਿਲਾਂ ਤਾਂ ਕੀ ਈਅਰ ਸੀਗਾ, ਠੀਕ ਹੈ ਜੀ, ਕੌਣ ਗਵਰਨਰ ਜਨਰਲ ਸੀ ਤੇ ਰਾਜਾ ਕੌਣ ਸੀਗਾ। ਤੇ ਦੇਖੋ, ਇਹ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਸੈਕੰਡ ਐਂਗਲੋ ਸਿੱਖ ਵਾਰ ਦੇ ਕਾਜ਼ ਕੀ ਸੀਗੇ, ਮਤਲਬ ਕਾਰਨ ਕੀ ਹੋਏ ਨੇ ਜਿਹਦੇ ਕਾਰਨ, ਠੀਕ ਹੈ ਜੀ, ਸੈਕੰਡ ਐਂਗਲੋ ਸਿੱਖ ਵਾਰ ਹੋਈ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾ ਜੋ ਕਾਰਨ ਹੈ
फस्ट कारण है वो है डिससैटिस्फैक्शन ऑफ सिक्स। ठीक है जी, सिखां दे विच सैटिस्फैक्शन नहीं सीगी। ठीक है, सिख सैटिस्फाई नहीं सीगे क्योंकि पहली गल तो सिख दे विच की होया सीगे, फस्ट एंगलो सिख वॉर सिख हारे सीगे, फस्ट एंगलो सिख वॉर सिख हार गए सीगे। ठीक है जी, किन्ना कारण अपने जो कुछ जो धोखेबाज लीडर सीगे लाल सिंह एंड तेज सिंह, उन्हां दे कारण जो सिख सीगे वो पहली एंगलो सिख वॉर हार चुके सीगे। ठीक है, ये चीज़ का सिखां नूं अंदरों अंदर ही बहुत ज़्यादा दुख हो रहा सीगा। उस तो इलावा ठीक है, उस तो इलावा जिहड़ी ट्रीटी होई सीगी ट्रीटी ऑफ लाहौर दे कारण, ठीक है, लाहौर दे कारण की होया सीगा कि ब्रिटिश ने जो ब्रिटिश ईस्ट इंडिया कंपनी उसने जिहड़े पंजाब दे हिली एरिया सीगे, ठीक है, पहाड़ी इलाके सीगे, किहड़े जम्मू एंड कश्मीर, ठीक है, हजारा कांगड़ा, इन्हां इलाकों नूं की कर लिया सीगा अपने अंडर कर लिया सीगा, अपने ठीक है अपने एरिया दे विच मिला लिया सीगा। अपने पढ़िया सी महाराजा रंजीत सिंह वेले कि पंजाब कित तक फैलिया होया सीगा, उत्तर कन्नी लद्दाख तक फैलिया होया सी, तां जम्मू कश्मीर हजारा ये जिहड़ियां सीगियां, ठीक है, पंजाब नूं इन्हां इलाकों विच वंड के इन्हां ने अपने अंडर ले लिया सीगा ब्रिटिश ईस्ट इंडिया कंपनी ने। ठीक है जी, उस तो इलावा जिहड़ी सीगी ब्रिटिश ईस्ट इंडिया ने की करिया सीगा ट्रीटी ऑफ बैरोवाल करी सी, अपने पढ़िया सीगा ट्रीटी ऑफ बैरोवाल, उस दे विच की सीगा उन्होंने एक सबसिडारी अलियांस कीता सीगा। ठीक है, सबसिडारी अलियांस कीता सी जो मैं तुहानूं लास्ट वीडियो विच समझा चुका कि की है ये। ठीक है, इस दे अकॉर्डिंग की सीगा उन्होंने जो सिख आर्मी सी उसनूं फिक्स करता सीगा। ठीक है, सिख आर्मी से फिक्स करता सी कि इन्ने ही बंदे थोड़े सिख आर्मी दे होणगे। उस तो इलावा अपनी आर्मी नूं उहदे विच भरन लग गई सीगी। ठीक है जी, ब्रिटिश आर्मी नूं जो लाहौर की आर्मी सी उहदे विच आके जमा करन लग गई सी, तां ब्रिटिशर ने लाहौर दे विच अपना कैंप लाउणा शुरू करता सीगा। ठीक है जी, ब्रिटिश उत्थे लाहौर दे विच आउण लग गए सीगे। उस तो इलावा जिहड़ा रेजिडेंट बनाया गया सीगा, ठीक है, अपने पढ़िया सीगा कौन बनाया सीगा रेजिडेंट, ठीक है, हैनरी लॉरेंस, ठीक है, लॉरेंस इसनूं बनाया गया सीगा रेजिडेंट। इसने की कीता सीगा, इस रेजिडेंट ने यह हुण ब्रिटिशर नूं जिहड़े अंग्रेज सीगे उन्हां नूं की देण लग गया सीगा, हाईयर पोस्ट देण लग गया सीगा, उच्चियां पदवियां यह ब्रिटिशर्स नूं देण लग गया सी। क्योंकि इस तो पहला कौन सी महाराणी जिंदा सीगी, वो रीजेंट सीगी, राज प्रमुख सीगी, बट उन्हां तो सारी पावर लै लित्ती गई सी ट्रीटी ऑफ बैरोवाल दे अंडर, ट्रीटी ऑफ लाहौर के अंडर। ठीक है, उन्हां तो यह सारी पावर लै ली सी, उन्हां दी पोलीटिकल राइट्स जो उन्हां दे राजनीतिक अधिकार सी वो सारे खो लिते गए सी महाराणी जिंदा तो। देखो महाराणी जिंदा कौन सी, महाराणी जिंदा महाराजा रणजीत सिंह जी की पत्नी ते महाराजा दलीप सिंह जी की मदर सीगे, उन्हां दे माता सीगे महाराणी जिंदा। ठीक है जी, ते उस तो बाद दूसरा जो कारण आउंदा है वो आउंदा है द काउ रोग। ठीक है, अंग्रेजां ने एक वार की कीता है, एक कुछ गावां दे झुंड उत्ते हमला करता, जिस तो बाद ठीक है एक बहुत वड्डी घटना हुई जो आप और डिस्कस करांगे। तो गल है 21 अप्रैल 1846 दी, 21 अप्रैल 1846 की गल है। ठीक है, 21 अप्रैल 1846 नूं की हुंदा है कि एक जो ब्रिटिश सोल्जर सी, एक ब्रिटिशर सोल्जर सी, ठीक है, वो एक तोपची सीगा, वो आ रहा सीगा, ठीक है, तोपची आ रहा सीगा, उसदे रस्ते दे विच की आ गया हर्ड ऑफ काउस, गावां दा एक झुंड आ गया उसदे रस्ते दे विच ब्रिटिश सोल्जर दे। ठीक है, रस्ते च उस सोल्जर ने की कीता, गावां दे झुंड दे उत्ते स्वॉर्ड नाल तलवार नाल हमला करता, तलवार नाल उस ते हमला कर दिता, जिस दी गल यह गल कि एक जो अंग्रेज अफसर ने ठीक है साडियां गावां दे उत्ते, क्योंकि तुहानूं पता कि हिंदू ते सिख मैथोलॉजी विच सिखां दे उहदे विच गां दा बहुत वड्डा ठीक है जी योगदान है, मेनली हिंदू धर्म दे विच। तां यह गल जो कि लाहौर दे विच बड़ी ही अग की तरह फैल गई कि अंग्रेज़ां ने गावां दे उत्ते तलवारां नाल हमला किया, गावां नूं जख्मी किया है। ठीक है जी, तां उस टाइम का जो रेजिडेंट सीगा
ਹੈਨਰੀ ਲਾਰੈਂਸ, ਠੀਕ ਹੈ ਜੀ, ਜੋ ਉਸ ਟਾਈਮ ਦਾ ਜੋ ਰੈਜ਼ੀਡੈਂਟ ਸੀ ਹੈਨਰੀ ਲਾਰੈਂਸ, ਉਹ ਲਾਹੌਰ ਦੇ ਵਿੱਚ ਜਾਂਦਾ। ਹੈਨਰੀ ਲਾਰੈਂਸ ਇਹ ਲਾਹੌਰ ਜਾਂਦਾ ਹੈ ਅਤੇ ਕੀ ਕਹਿੰਦਾ ਹੈ, ਉੱਥੋਂ ਦੇ ਲੋਕਾਂ ਨੂੰ ਸਮਝਾਉਣ ਬੁਝਾਉਣ ਦੇ ਲਈ, ਠੀਕ ਹੈ ਜੀ, ਕਿ ਐਸੀ ਕੋਈ ਗੱਲ ਨਹੀਂ ਵਗੈਰਾ ਨਹੀਂ, ਪਰ ਲੋਕ ਇੰਨੇ ਜ਼ਿਆਦਾ ਗੁੱਸੇ 'ਚ ਹੁੰਦੇ ਨੇ, ਉਹ ਇਸ ਦੀ ਇੱਕ ਵੀ ਨਹੀਂ ਸੁਣਦੇ ਅਤੇ ਇਸ ਦੇ ਉੱਤੇ ਪੱਥਰ ਬਰਸਾਉਣਾ ਸ਼ੁਰੂ ਕਰ ਦਿੰਦੇ ਨੇ, ਇੱਟਾਂ ਰੋੜੇ ਬਰਸਾਉਣਾ ਸ਼ੁਰੂ ਕਰ ਦਿੰਦੇ ਨੇ ਆਪਦੇ ਘਰਾਂ ਦੇ ਛੱਤਾਂ ਦੇ ਉੱਤੋਂ, ਜਿਸ ਦੇ ਕਾਰਨ ਹੈਨਰੀ ਲਾਰੈਂਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਅਤੇ ਇਹ ਗੁੱਸੇ ਦੇ ਵਿੱਚ ਕੀ ਕਰਦਾ, ਇੱਕ ਬ੍ਰਾਹਮਣ ਨੂੰ ਡੈਥ ਸੈਂਟੈਂਸ ਦੇ ਦਿੰਦਾ, ਮਤਲਬ ਕਿ ਮੌਤ ਦੀ ਸਜ਼ਾ ਦੇ ਦਿੰਦਾ, ਠੀਕ ਹੈ ਜੀ। ਉਸ ਤੋਂ ਇਲਾਵਾ ਹੈਨਰੀ ਲਾਰੈਂਸ ਕੀ ਕਰਦਾ, ਜਿਨ੍ਹਾਂ ਘਰਾਂ ਦੇ ਉੱਤੋਂ, ਜਿਨ੍ਹਾਂ ਹਾਊਸਿਸ ਦੇ ਉੱਤੋਂ, ਉਹਨਾਂ ਦੇ ਛੱਤਾਂ ਦੇ ਉੱਤੋਂ ਇਸ 'ਤੇ ਪੱਥਰ ਮਾਰੇ ਗਏ ਸੀ, ਉਹਨਾਂ ਸਾਰੇ ਘਰਾਂ ਨੂੰ ਢਹਾ ਦਿੰਦਾ, ਡੈਮੋਲਾਈਜ਼ਡ ਕਰਾ ਦਿੰਦਾ, ਠੀਕ ਹੈ ਜੀ, ਹੈਨਰੀ ਲਾਰੈਂਸ। ਇਹ ਗੱਲ ਵੀ ਕੀ ਬਣਦੀ ਹੈ, ਸੈਕਿੰਡ ਐਂਗਲੋ ਸਿੱਖ ਵੌਰ ਦੇ ਮਹੱਤਵਪੂਰਨ ਕਾਰਨ ਦੇ ਵਿੱਚੋਂ ਇੱਕ ਹੈ, ਠੀਕ ਹੈ। ਇਸ ਦੇ ਕਾਰਨ ਜੋ ਲਾਹੌਰ ਦੀ ਲੋਕ ਸੀਗੇ, ਉੱਥੋਂ ਦੇ, ਠੀਕ ਹੈ, ਜਨਤਾ ਸੀਗੀ, ਉਹਨਾਂ ਵਿੱਚ ਬਹੁਤ ਜ਼ਿਆਦਾ ਰੋਸ ਪੈਦਾ ਹੋ ਜਾਂਦਾ, ਬਹੁਤ ਜ਼ਿਆਦਾ ਗੁੱਸਾ ਪੈਦਾ ਹੋ ਜਾਂਦਾ ਹੈ, ਠੀਕ ਹੈ। ਉਸ ਤੋਂ ਇਲਾਵਾ ਨੈਕਸਟ ਹੈ ਸਿੱਖਾਂ ਦੀ, ਜੋ ਸਿੱਖ ਆਰਮੀ ਸੀ, ਸਿੱਖ ਆਰਮੀ ਦੀ ਤਨਖਾਹ ਘੱਟ ਕਰਨੀ, ਸਿੱਖ ਆਰਮੀ ਦੀ ਪੈਨਸ਼ਨ, ਠੀਕ ਹੈ ਜੀ, ਤੁਸੀਂ ਲਿਖ ਸਕਦੇ ਹੋ ਕਿ ਪੈਨਸ਼ਨ ਆਫ ਸਿੱਖ ਆਰਮੀ ਡਿਕਰੀਜ਼ਡ, ਪੈਨਸ਼ਨ ਆਫ ਸਿੱਖ ਆਰਮੀ ਡਿਕਰੀਜ਼ਡ, ਠੀਕ ਹੈ। ਜੋ ਪੈਨਸ਼ਨ ਸੀਗੀ ਸਿੱਖ ਆਰਮੀ ਦੀ, ਜਾਂ ਤੁਸੀਂ ਕਹਿ ਸਕਦੇ ਹੋ ਪੇ ਕਹਿ ਸਕਦੇ ਹੋ, ਤਨਖਾਹ ਸੀ ਸਿੱਖ ਆਰਮੀ ਦੀ, ਉਹ ਕੀ ਕਰ ਦਿੱਤੀ ਗਈ ਸੀ, ਘਟਾ ਦਿੱਤੀ ਗਈ ਸੀ। ਕਿਉਂ? ਦੇਖੋ, ਜਦੋਂ ਪਹਿਲਾਂ ਐਂਗਲੋ ਸਿੱਖ ਵੌਰ ਹੋਈ, ਉਸ ਤੋਂ ਬਾਅਦ ਕਿਹੜੀ ਹੁੰਦੀ ਹੈ, ਟਰੀਟੀ ਆਫ ਲਾਹੌਰ ਹੁੰਦੀ ਹੈ, ਆਪਾਂ ਨੇ ਪੜ੍ਹਿਆ ਸੀਗਾ, ਠੀਕ ਹੈ। ਟਰੀਟੀ ਆਫ ਲਾਹੌਰ ਦੇ ਜ਼ਰੀਏ ਕੀ ਕੀਤਾ ਜਾਂਦਾ ਹੈ, ਜਿਹੜੀ ਸਿੱਖ ਆਰਮੀ ਹੈ ਉਸਨੂੰ ਫਿਕਸ ਕਰ ਦਿੱਤਾ ਜਾਂਦਾ ਹੈ ਕਿ 20,000 ਸਿੱਖ ਜੋ ਪੈਦਲ ਸੈਨਿਕ ਨੇ ਉਹ ਹੋਣਗੇ ਸਿੱਖ ਆਰਮੀ ਦੇ ਵਿੱਚ, 20,000 ਪੈਦਲ ਸੈਨਿਕ ਹੋਣਗੇ, ਠੀਕ ਹੈ ਜੀ, ਪੈਦਲ ਸੈਨਿਕ ਹੋਣਗੇ। ਅਤੇ ਉਸ ਤੋਂ ਇਲਾਵਾ ਜਿਹੜੇ 12,000 ਘੋੜਸਵਾਰ ਹੋਣਗੇ, 12,000 ਘੋੜਸਵਾਰ ਹੋਣਗੇ, ਠੀਕ ਹੈ ਜੀ, ਘੋੜਸਵਾਰ ਹੋਣਗੇ। ਇਹ ਦੋਨੇ ਚੀਜ਼ਾਂ ਫਿਕਸ ਕਰ ਦਿੱਤੀਆਂ ਜਾਂਦੀਆਂ ਨੇ ਟਰੀਟੀ ਆਫ ਲਾਹੌਰ ਤੋਂ ਬਾਅਦ। 20,000 ਪੈਦਲ ਹੋਣਗੇ ਅਤੇ 12,000 ਘੋੜਸਵਾਰ ਹੋਣਗੇ, ਕਿਹੜੇ, ਸਿੱਖ, ਠੀਕ ਹੈ। ਸਿੱਖ ਆਰਮੀ ਦੇ ਵਿੱਚ ਸਿਰਫ ਇੰਨੇ ਹੀ ਸਿੱਖ ਜੋ ਸੋਲਜਰ ਹੋਣਗੇ, ਸਿੱਖ ਸੈਨਿਕ ਸਿਰਫ ਇੰਨੇ ਹੀ ਹੋਣਗੇ। ਟੋਟਲ ਕਿੰਨੇ ਨੇ, 32,000 ਟੋਟਲ ਮਿਲਾ ਕੇ, ਪੈਦਲ ਅਤੇ ਘੋੜਸਵਾਰ ਦੋਨਾਂ ਨੂੰ ਮਿਲਾ ਕੇ ਟੋਟਲ 32,000 ਸੈਨਿਕ ਹੀ ਸਿੱਖ ਆਰਮੀ ਆਪਦੇ ਵਿੱਚ ਰੱਖ ਸਕਦੀ ਹੈ, ਕਿਹੜੇ, ਸਿੱਖ। ਉਸ ਤੋਂ ਇਲਾਵਾ ਦੂਸਰੇ ਸਾਰੇ ਉਹ ਕੌਣ ਹੋਣਗੇ, ਬਾਕੀ ਸੋਲਜਰ ਹੋਣਗੇ ਬ੍ਰਿਟਿਸ਼, ਠੀਕ ਹੈ, ਅੰਗਰੇਜ਼ ਸੋਲਜਰ ਹੋਣਗੇ ਹੋਰ ਸਾਰੇ। ਹੁਣ ਅਗਰ ਜੋ ਅੰਗਰੇਜ਼ ਸੋਲਜਰ ਨੇ, ਅੰਗਰੇਜ਼ ਸੈਨਿਕ ਨੇ, ਉਹ ਆਉਣਗੇ ਉਹਦੇ ਵਿੱਚ, ਫੌਜ ਦੇ ਵਿੱਚ, ਤਾਂ ਉਹਨਾਂ ਦੀ ਜੋ ਵੀ ਖਰਚਾ ਹੈ ਉਹ ਸਾਰਾ ਕੁਛ ਉਹ ਕਿਸ ਨੂੰ ਦੇਣਾ ਪਊਗਾ, ਉਹ ਦੇਣਾ ਪਊਗਾ ਲਾਹੌਰ ਗੌਰਮੈਂਟ ਨੂੰ, ਠੀਕ ਹੈ ਜੀ। ਜੋ ਉੱਥੇ ਲਾਹੌਰ ਦੇ ਵਿੱਚ, ਲਾਹੌਰ ਸੂਬੇ ਦੇ ਵਿੱਚ ਸਿੱਖਾਂ ਦੀ ਗੌਰਮੈਂਟ ਹੈ, ਮਹਾਰਾਜਾ ਦਲੀਪ ਸਿੰਘ ਦੇ ਅੰਡਰ, ਮਹਾਰਾਣੀ ਜਿੰਦਿਆ ਦੇ ਅੰਡਰ, ਠੀਕ ਹੈ ਜੀ, ਉਹ ਜੋ ਵੀ ਹੈ, ਤਾਂ ਉਹ ਸਾਰਾ ਕੁਛ ਕੌਣ ਦੇਊਗੀ, ਉਹ ਲਾਹੌਰ ਗੌਰਮੈਂਟ ਤੋਂ। ਤਾਂ ਬ੍ਰਿਟਿਸ਼ ਕੀ ਕਰਦੇ ਨੇ ਕਿ ਜਦੋਂ ਆਪਦੇ ਆਰਮੀ ਨੂੰ, ਆਪਦੇ ਵੱਡੇ ਵੱਡੇ, ਠੀਕ ਹੈ ਜੀ, ਜੋ ਆਫਸਰਸ ਨੂੰ ਸਿੱਖ ਆਰਮੀ ਦੇ ਵਿੱਚ ਭਰਤੀ ਕਰਦੇ ਨੇ, ਉਹਦੇ ਵਿੱਚ ਕਰਦੇ ਨੇ, ਤਾਂ ਉਹ ਕੀ ਕਰਦੇ ਨੇ ਕਿ ਇਹਨਾਂ ਦੀ ਐਕਸਪੈਂਡੀਚਰ, ਇਹਨਾਂ ਦਾ ਸਾਰਾ ਖਰਚਾ ਵਗੈਰਾ ਸਾਨੂੰ ਦਿਓ। ਅਤੇ ਉਸ ਖਰਚੇ ਦੇ ਵਿੱਚੋਂ ਕਿੰਨਾ ਮੰਗਦੇ ਨੇ, ਉਹ ਮੰਗਦੇ ਨੇ ਕਿ 22 ਲੱਖ ਰੁਪਈਆ, 22 ਲੱਖ ਐਨੂਅਲੀ, ਸਾਲਾਨਾ 22 ਲੱਖ ਰੁਪਈਆ ਜੋ ਸਿੱਖ ਗੌਰਮੈਂਟ ਹੈ ਉਹ ਪੇ ਕਰੂਗੀ ਕਿਸ ਨੂੰ, ਬ੍ਰਿਟਿਸ਼ਰ ਨੂੰ। 22 ਲੱਖ ਐਨੂਅਲੀ ਪੇ ਕਰੂਗੀ ਸਿੱਖ ਆਰਮੀ ਨੂੰ, 22 ਲੱਖ ਐਨੂਅਲੀ ਪੇ ਕਰੂਗੀ ਜੋ ਪੰਜਾਬ ਦੀ ਗੌਰਮੈਂਟ ਸੀਗੀ ਉਸ ਟਾਈਮ ਦੀ, ਠੀਕ ਹੈ ਜੀ, ਲਾਹੌਰ ਦੇ ਵਿੱਚ, ਉਹ ਬ੍ਰਿਟਿਸ਼ਰ ਨੂੰ। ਇੰਨੇ ਵੱਡੇ ਰਕਮ ਨੂੰ ਚੁਕਾਉਣ ਦੇ ਲਈ, ਠੀਕ ਹੈ ਜੀ, ਤਾਂ ਲਾਹੌਰ ਗੌਰਮੈਂਟ ਕੀ ਕਰਦੀ ਹੈ, ਲਾਹੌਰ ਗੌਰਮੈਂਟ ਨੂੰ ਨਾ ਚਾਹੁੰਦੇ ਹੋਏ ਵੀ ਆਪਦੇ ਜੋ ਸਿੱਖ ਆਰਮੀ ਦੇ ਸੈਨਿਕ ਸੀ, ਠੀਕ ਹੈ ਜੀ, ਸਿੱਖ ਆਰਮੀ ਸੀਗੀ, ਉਸ ਦੀ ਕੀ ਕਰਨੀ ਪਈ, ਪੇ ਦੇ ਵਿੱਚੋਂ ਕੱਟਣਾ ਪਿਆ, ਪੇ ਨੂੰ ਡਿਕਰੀਜ਼ ਕਰਨਾ ਪਿਆ, ਪੇ ਨੂੰ ਘਟਾਉਣਾ ਪਿਆ। ਇਹ ਵੀ ਇੱਕ ਕਾਰਨ ਬਣਦਾ ਹੈ ਸੈਕਿੰਡ ਐਂਗਲੋ ਸਿੱਖ ਵੌਰ ਦਾ, ਜੰਗ ਦਾ। ਦੇਖੋ ਮੈंने 3 ਪੜ੍ਹ ਲਏ। ਇੱਕ ਤਾਂ ਪਹਿਲੀ ਸੈਟਿਸਫੈਕਸ਼ਨ ਨਹੀਂ ਸੀਗੀ ਸਿੱਖਾਂ ਨੂੰ, ਕਿਉਂਕਿ ਉਹ ਪਹਿਲੀ ਐਂਗਲੋ ਸਿੱਖ ਵੌਰ ਹਾਰੇ ਸੀ, ਜਿਹੜੀ ਕਿ ਉਹ ਹਾਰ ਨਹੀਂ ਰਹੇ ਸੀ, ਫਿਰ ਵੀ ਉਹ ਹਾਰ ਗਏ ਸੀਗੇ। ਉਸ ਤੋਂ ਬਾਅਦ ਦੂਸਰੀ, ਠੀਕ ਹੈ, ਇਹ ਗਾਂ ਵਾਲੀ ਘਟਨਾ ਹੋਈ। ਅਤੇ ਤੀਸਰਾ ਕੀ ਸੀਗਾ, ਇਹਨਾਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਸੀਗੀਆਂ, ਇਹਨਾਂ ਦੀ ਪੇ ਕੱਟੀ ਗਈ ਸੀ ਸਿੱਖ ਆਰਮੀ ਦੀ, ਜੋ ਵੀ ਇੱਕ ਸੈਕਿੰਡ ਐਂਗਲੋ ਸਿੱਖ ਵੌਰ ਦਾ ਕਾਰਨ ਬਣਿਆ। ਚੌਥਾ ਸੀਗਾ ਮਹਾਰਾਣੀ ਜਿੰਦਾ ਨਾਲ ਦੁਰਵਿਵਹਾਰ ਕਰਨਾ, ਮਹਾਰਾਣੀ ਜਿੰਦਾ ਦੇ ਨਾਲ ਠੀਕ ਹੈ ਜੀ, ਮਹਾਰਾਣੀ ਜਿੰਦਾ ਦੇ ਨਾਲ ਦੁਰਵਿਵਹਾਰ ਕਰਨਾ, ਬੁਰਾ ਵਰਤਾਓ ਕਰਨਾ, ਠੀਕ ਹੈ ਜੀ, ਜਾਂ ਮਹਾਰਾਣੀ ਜਿੰਦਾ ਨਾਲ ਮਾਲ ਟਰੀਟਮੈਂਟ ਕਰਨਾ, ਠੀਕ ਹੈ ਜੀ, ਉਹਨਾਂ ਨਾਲ ਅੱਛਾ ਵਰਤਾਓ ਨਹੀਂ ਕਰਨਾ। ਦੇਖੋ, ਮਹਾਰਾਣੀ ਜਿੰਦਾ ਕਿਸੇ ਟਾਈਮ ਪੂਰੇ ਪੰਜਾਬ ਦੀ ਮਹਾਰਾਣੀ ਸੀ,
ठीक है। बट बाद विच इन्हां नाल बहुत ज़्यादा इन्होंने सीगे गलत किया जाता है। पहला की होंदा है कि जो ट्रीटी ऑफ भैरोवाल होंदी है, ट्रीटी ऑफ भैरोवाल होंदी है, ट्रीटी ऑफ भैरोवाल के कारण महाराणी जिंदा तो उन्होंने सारियां जो पोलीटिकल पावर सीगियां, महाराणी जिंदा तो उन्होंने जो सारियां पोलीटिकल पावर सीगियां, पोलीटिकल राइट सीगे, राजनीतिक अधिकार सीगे, राजनीतिक शक्तियां सीगियां, वो खो लित्तियां जांदियां नेगियां, ठीक है। डिप्राइव्ड कर लित्ते जांदे ने, खो लित्तियां जांदियां ने, सारियां पावरां खो लित्तियां जांदियां नेगियां, ठीक है जी। उस तो इलावा 20 अगस्त 1846 ਦੇ ਵਿੱਚ 20 अगस्त 1846 ਦੇ ਵਿੱਚ महाराणी जिंदा ਨੂੰ, ठीक है जी, भेज दिता जाता कित्थे, सेखोपुरा ਦੇ ਵਿੱਚ, सेखोपुरा फोर्ट ਦੇ ਵਿੱਚ, सेखोपुरा ਦਾ किला, ਉੱਥੇ महाराणी जिंदा ਨੂੰ भेज दिता जाता है, लाहौर तो ਚੱਕ ਕੇ सेखोपुरा फोर्ट ਦੇ ਵਿੱਚ भेज दिता जाता है 20 अगस्त 1846 ਨੂੰ। ਤੇ ਉਹਨਾਂ ਦੀ जो ਪੈਨਸ਼ਨ ਸੀ, जो 1.5 ਲੱਖ रुपया ਪੈਨਸ਼ਨ ਸੀਗੀ, ਉਹ ਘਟਾ ਕੇ ਕਿੰਨੀ ਕਰ ਦਿੱਤੀ ਜਾਂਦੀ ਹੈ, 48,000 रुपया, ओनली 48,000 रुपया कर दी जाती है, 1.5 ਲੱਖ रुपये तो घटा के पेंशन, ठीक है जी। उस तो इलावा इत्थे ही बस ने जदों सेखोपुरा फोर्ट तो बाद महाराणी जिंदा ते ब्रिटिश की करते हैं, इल्ज़ाम लाते हैं कि, ठीक है, महाराणी जिंदा ते ब्रिटिश इल्ज़ाम लाते हैं किस गल का, कि यह सिख आर्मी नूं भड़का रही है, सिख फौज नूं भड़का रही है साडे विरुद्ध विद्रोह करने लई। तां ओह महाराणी जिंदा नूं, ठीक है, एग्जाइल कर देंगे ने, मतलब देश निकाला दे देंगे ने, ते कित्थे भेज देंगे ने, बनारस भेज देंगे ने, बनारस भेज देंगे ने। ते बनारस विच कदों जाते हैं तो उन्होंने जो पेंशन सीगी आखिर विच 48,000 तो घटा के कितनी कर दी जाती है, ओनली 12,000 रुपये, सिर्फ 12,000 रुपये कर दी जाती है, ठीक है। तो जो महाराजा रणजीत सिंह दे पक्के है ना सिख सैनिक सीगे, जो महाराणी जिंदा नूं अपनी महाराणी समझते सी, तो उन्हां विच इस गल का बहुत ज़्यादा गुस्सा आ जाता है कि साडी महाराणी नाल इस तरह बर्ताव किया जाता है ब्रिटिश ईस्ट इंडिया कंपनी वालों, ठीक है जी, अंग्रेज़ों वालों इस तरह का व्यवहार किया जाता। तो यह भी एक कारण बनता है सैकेंड एंग्लो सिख वॉर के होने का, ठीक है। नैक्सट आता है, तुहानूं पता कि आप पढ़िया लॉर्ड डलहौजी की सीगा उस टाइम, लॉर्ड डलहौजी गवर्नर जनरल सीगा, ठीक है, लॉर्ड डलहौजी एंड, ठीक है, उस टाइम हैनरी लॉरेंस तो बाद फैडरिक क्यूरी, ठीक है, फैडरिक क्यूरी ओह जो है इंडिया का, सॉरी, ठीक है, फैडरिक क्यूरी लॉर्ड डलहौजी गवर्नर जनरल बनता है, ठीक है, इंडिया का। तो फैडरिक क्यूरी, ठीक है जी, वह होंदा है उस टाइम रेजिडेंट होंदा है लाहौर का। जिस टाइम लॉर्ड डलहौजी गवर्नर जनरल बनता है इंडिया का, उस टाइम फैडरिक क्यूरी की होंदा है, रेजिडेंट ऑफ लाहौर, ठीक है। हैनरी लॉरेंस तो बाद रेजिडेंट ऑफ लाहौर। लॉर्ड डलहौजी जिस टाइम गवर्नर जनरल बनता था, इसका फस्ट जो मनसूबा होंदा है, फस्ट प्लैन होंदा है, वो की होंदा है, सब तो पहला की करना है कि अनैक्सड करना है पंजाब, नैक्सट पंजाब, कि पंजाब नूं असीं आपदे विच मिलाउणा है किसी भी हालत दे विच। तां लॉर्ड डलहौजी ते फैडरिक क्यूरी मिल के एक प्लैन बनाउंदे नेगे, ठीक है जी। ਉਹ ਕੀ ਕਰਦੇ ਨੇ कि ये सारियां चीज़ां जो ਆਪਾਂ पिछे लास्ट 'ਚ पढ़ियां ने कि इन्हां सारियां चीज़ां नूं ਇਹ एक सोची समझी साजिश के तहत होंदियां नेगियां, ठीक है जी। कि इस नाल की होगा, सिख आर्मी गुस्से च आऊगी, सिख आर्मी गुस्से च आऊगी, ठीक है। तो वह की करनगे, साडे विरुद्ध वॉर करनगे, लड़ाई करनगे, ते सानू एक, ठीक है, मौका मिल जूगा की करन दा, सिख नूं नाल लड़न दा, ते उस तो बाद उन्होंने कहण दा कि तुसी ट्रीटी ऑफ लाहौर है, जो ट्रीटी ऑफ बैरोवाल है, उसनूं तुसी खत्म किया है, थोड़े कारण तुसी उसदे रूल तोड़े ने, तो इस दे लई असीं की कर रहे हैं, हुण पंजाब नूं आपदे अंडर अनैक्सड कर रहे हैं। तो यह एक सोची समझी साजिश भी सीगी, ठीक है जी। सैकेंड एंग्लो सिख वॉर कराउणा लॉर्ड डलहौजी ते फैडरिक क्यूरी दी, ठीक है जी, यह सोची समझी साजिश सी। सैकेंड नैक्सट आउंदा है, ठीक है जी, रिवोल्ट ऑफ मूलराज, रिवोल्ट ऑफ मूलराज, ठीक है जी, ऑफ मुल्तान, मुल्तान। देखो मूलराज दे पिता जी सीगे दीवान सावनमल, दीवान सावनमल, ठीक है जी, दीवान सावनमल। यह निज़ाम सीगे लाहौर दे, सॉरी, निज़ाम ऑफ मुल्तान, मुल्तान दे, ठीक है जी, मुल्तान दे यह निज़ाम सीगे दीवान सावनमल। इन्हां दी डैथ तो बाद मूलराज की बनता है, निज़ाम ऑफ मुल्तान,
मूल राज ਨੂੰ ਨਿਜ਼ਾਮ ਆਫ ਮੁਲਤਾਨ ਬਣਾਇਆ ਜਾਂਦਾ ਹੈ। ਤੇ ਸਿੱਖ ਜੋ ਸੀਗੇ ਜੋ ਬ੍ਰਿਟਿਸ਼ ਸੀਗੇ ਉਹ ਖੁਸ਼ੀ ਮੰਨ ਜਾਂਦੇ ਨੇ ਕਿ ਠੀਕ ਹੈ ਮੂਲ ਰਾਜ ਨੂੰ ਅਸੀਂ ਨਿਜ਼ਾਮ ਆਫ ਮੁਲਤਾਨ ਮੰਨ ਲੈਂਦੇ ਹਾਂ। ਬਟ ਉਸ ਦੇ ਨਾਲ ਕੀ ਕਰਦੇ ਨੇ ਕਿ ਜੋ ਦੀਵਾਨ ਸਾਵਰਮਲ ਤੋਂ ਮੂਲ ਰਾਜ ਦੇ ਪਿਤਾ ਤੋਂ ਜਿੰਨਾ ਰੈਵਨਿਊ ਲੈਂਦੇ ਸੀ ਉਹ ਕਿੰਨਾ ਸੀਗਾ 20 ਲੱਖ ਰੁਪਏ 20 ਲੱਖ ਰੁਪਏ ਲੈਂਦੇ ਸੀ ਦੀਵਾਨ ਸਾਵਰਮਲ ਤੋਂ। ਤਾਂ ਜਦੋਂ ਮੂਲ ਰਾਜ ਨਿਜ਼ਾਮ ਬਣਦਾ ਹੈ ਮੁਲਤਾਨ ਦਾ ਤਾਂ ਇਹ 20 ਲੱਖ ਤੋਂ ਵਧਾ ਕੇ ਕਿੰਨਾ ਕਰ ਦਿੰਦੇ ਨੇ ਇਸ ਨੂੰ 30 ਲੱਖ ਰੁਪਏ ਇੱਕਦਮ ਵਧਾ ਕੇ 10 ਲੱਖ ਵਧਾ ਦਿੰਦੇ ਨੇ 20 ਲੱਖ ਤੋਂ 30 ਲੱਖ ਰੁਪਇਆ ਰੈਵਨਿਊ ਕਰ ਦਿੰਦੇ ਨੇ ਮੂਲ ਰਾਜ ਦੇ ਟਾਈਮ। ਤਾਂ ਮੂਲ ਰਾਜ ਜੋ ਹੈ ਉਹ ਰਿਕੁਐਸਟ ਕਰਦਾ ਹੈ ਬ੍ਰਿਟਿਸ਼ ਨੂੰ ਕਿ ਇਸ ਰੈਵਨਿਊ ਨੂੰ ਘਟਾ ਦਿਓ ਇੰਨਾ ਨਹੀਂ ਦਿੱਤਾ ਜਾਣਾ। ਬਟ ਬ੍ਰਿਟਿਸ਼ ਕੀ ਕਰਦੇ ਨੇ ਡਿਸਮਿਸ ਕਰ ਦਿੰਦੇ ਨੇਗੇ ਖਾਰਿਜ ਕਰ ਦਿੰਦੇ ਨੇ ਉਸ ਦੀ ਰਿਕੁਐਸਟ ਨੂੰ। ਤਾਂ ਇਸ ਦਾ ਰਿਜ਼ਲਟ ਕੀ ਹੁੰਦਾ ਕਿ ਮੂਲ ਰਾਜ ਰਿਜ਼ਾਈਨ ਦੇ ਦਿੰਦਾ ਹੈ ਠੀਕ ਹੈ ਰਿਜ਼ਾਈਨਡ ਫਰੋਮ ਦੀ ਪੋਸਟ ਆਫ ਨਿਜ਼ਾਮ ਨਿਜ਼ਾਮ ਦੀ ਪੋਸਟ ਤੋਂ ਰਿਜ਼ਾਈਨ ਦੇ ਦਿੰਦਾ ਹੈ ਲਾਹੌਰ ਦੀ ਮੁਲਤਾਨ ਦੀ ਮੂਲ ਰਾਜ ਰਿਜ਼ਾਈਨ ਦੇ ਦਿੰਦਾ ਹੈ ਮੁਲਤਾਨ ਦੇ ਨਿਜ਼ਾਮ ਦੀ ਪੋਸਟ ਤੋਂ। ਤਾਂ ਬ੍ਰਿਟਿਸ਼ਰ ਕੀ ਕਰਦੇ ਨੇ ਕਾਹਨ ਸਿੰਘ ਮਾਨ ਨੂੰ ਠੀਕ ਹੈ ਜੀ ਨਵਾਂ ਨਿਜ਼ਾਮ ਬਣਾਉਂਦੇ ਨੇ ਮੁਲਤਾਨ ਦਾ। ਕਾਹਨ ਸਿੰਘ ਮਾਨ ਨੂੰ ਨਵਾਂ ਜੋ ਨਿਜ਼ਾਮ ਬਣਾਉਂਦੇ ਨੇ ਮੁਲਤਾਨ ਦਾ। ਤੇ ਇਸ ਦੇ ਲਈ ਮੂਲ ਰਾਜ ਤੋਂ ਉਹ ਸਾਰਾ ਚਾਰਜ ਲੈਣ ਲਈ ਕਾਹਨ ਸਿੰਘ ਮਾਨ ਤੇ ਦੋ ਬ੍ਰਿਟਿਸ਼ ਆਫਿਸਰਸ ਕੌਣ ਐਗਨਿਊ ਠੀਕ ਹੈ ਐਗਨਿਊ ਐਂਡ ਐਂਡਰਸਨ ਇਹ ਜਾਂਦੇ ਨੇਗੇ ਤਿੰਨੇ ਠੀਕ ਹੈ ਮੁਲਤਾਨ ਮੂਲ ਰਾਜ ਤੋਂ ਜੋ ਦੀ ਚਾਰਜਿਸ ਲੈਣ ਦੇ ਲਈ। ਤੇ ਜਦੋਂ ਮੁਲਤਾਨ ਵਿੱਚ ਜਾਂਦੇ ਨੇ ਇਹ ਤਿੰਨੇ ਜਾਣੇ ਇੱਕ ਈਦਗਾਹ ਦੇ ਵਿੱਚ ਰਹਿੰਦੇ ਨੇਗੇ ਠੀਕ ਹੈ ਈਦਗਾਹ ਦੇ ਵਿੱਚ ਰਹਿੰਦੇ ਨੇਗੇ। ਤੇ ਜਦੋਂ ਇਹ ਮੂਲ ਰਾਜ ਤੋਂ ਚਾਰਜਿਸ ਵਾਪਸ ਲੈ ਕੇ ਈਦਗਾਹ ਵਾਪਸ ਆਉਂਦੇ ਨੇ ਤਾਂ ਮੁਲਤਾਨ ਦੇ ਜੋ ਆਰਮੀ ਹੈ ਮੁਲਤਾਨ ਦੇ ਜੋ ਸੋਲਜਰਸ ਨੇ ਉਹ ਕੀ ਕਰਦੇ ਨੇਗੇ ਉਹ ਅਟੈਕ ਕਰ ਦਿੰਦੇ ਨੇ ਇਹਨਾਂ ਤਿੰਨਾਂ ਦੇ ਉੱਤੇ ਕਾਹਨ ਸਿੰਘ ਮਾਨ ਐਗਨਿਊ ਐਂਡ ਐਂਡਰਸਨ ਇਹਨਾਂ ਤਿੰਨਾਂ ਦੇ ਉੱਤੇ ਠੀਕ ਹੈ ਅਟੈਕ ਕਰ ਦਿੰਦੇ ਨੇ। ਤੇ ਜੋ ਇਹ ਦੋ ਬ੍ਰਿਟਿਸ਼ ਆਫਿਸਰਸ ਨੇ ਇਹਨਾਂ ਨੂੰ ਉਹ ਮਾਰ ਦਿੰਦੇ ਨੇਗੇ ਠੀਕ ਹੈ ਕਿਲਡ ਕਰ ਦਿੰਦੇ ਨੇ ਅਸੈਸੀਨੇਟ ਕਰ ਦਿੰਦੇ ਨੇ ਐਗਨਿਊ ਐਂਡ ਐਂਡਰਸਨ ਨੂੰ। ਤੇ ਉਹ ਮੂਲ ਰਾਜ ਨੂੰ ਮਨਾ ਲੈਂਦੇ ਨੇ ਰਿਵੋਲਟ ਕਰਨ ਲਈ ਠੀਕ ਹੈ ਵਿਦਰੋਹ ਕਰਨ ਲਈ ਕਿਹਨਾਂ ਦੇ ਖਿਲਾਫ ਬ੍ਰਿਟਿਸ਼ਰਸ ਦੇ ਖਿਲਾਫ। ਤਾਂ ਕੁਐਸਚਨ ਆਉਂਦਾ ਹੈ ਕਿ ਮੁਲਤਾਨ ਤੋਂ ਵਿਦਰੋਹ ਦਾ ਜੋ ਲੀਡਰ ਸੀ ਉਹ ਕੌਣ ਸੀ ਤਾਂ ਉਹ ਸੀ ਮੂਲ ਰਾਜ ਠੀਕ ਹੈ ਜੀ ਮੂਲ ਰਾਜ ਮੁਲਤਾਨ ਤੋਂ ਵਿਦਰੋਹ ਦਾ ਲੀਡਰ ਸੀਗਾ। ਨੈਕਸਟ ਇਹ ਤਾਂ ਸੀਗੇ ਹੀ ਆਪਣੇ ਕਾਰਨ। ਨੈਕਸਟ ਆਉਂਦਾ ਹੈ ਜੋ ਆਪਣੇ ਥੋੜੇ ਜਿਹੇ ਸਿੱਖਾਂ ਨੇ ਵੀ ਕਰੇ ਸੀਗੇ ਰਿਵੋਲਟ ਆਫ ਠੀਕ ਹੈ ਜੀ ਰਿਵੋਲਟ ਆਫ ਭਾਈ ਮਹਾਰਾਜ ਸਿੰਘ ਉਸੇ ਪ੍ਰਕਾਰ ਰਿਵੋਲਟ ਆਫ ਚਤਰ ਸਿੰਘ ਠੀਕ ਹੈ ਚਤਰ ਸਿੰਘ ਅਟਾਰੀ ਵਾਲਾ ਸ਼ੇਰ ਸਿੰਘ ਅਟਾਰੀ ਵਾਲਾ ਠੀਕ ਹੈ ਸ਼ੇਰ ਸਿੰਘ ਅਟਾਰੀ ਵਾਲਾ। ਆਪਾਂ ਨੂੰ ਸਿਰਫ ਤੁਸੀਂ ਇੱਕ ਸਟੋਰੀ ਟਾਈਪ ਇਹਨੂੰ ਯਾਦ ਰੱਖਣਾ ਹੈ। ਜੋ ਮਹਾਰਾਜ ਸਿੰਘ ਸੀਗੇ ਠੀਕ ਹੈ ਮਹਾਰਾਜ ਸਿੰਘ ਇਹ ਫੋਲੋਅਰ ਸੀਗੇ ਸੰਤ ਵੀਰ ਸਿੰਘ ਦੇ ਠੀਕ ਹੈ ਉਹ ਨਰੰਗਾਬਾਦ ਦੇ ਸੀਗੇ ਸੰਤ ਵੀਰ ਸਿੰਘ ਜਾਣੀ ਕਿ ਮਹਾਰਾਜ ਸਿੰਘ ਜੋ ਸੀਗੇ ਉਹਨਾਂ ਨੇ ਨਰੰਗਾਬਾਦ ਤੋਂ ਰਿਵੋਲਟ ਕੀਤਾ ਸੀਗਾ। ਪਹਿਲਾਂ ਤਾਂ ਮਹਾਰਾਜ ਸਿੰਘ ਨੇ ਮੁਲਰਾਜ ਦੀ ਹੈਲਪ ਕੀਤੀ ਸੀਗੀ ਠੀਕ ਹੈ ਆਪਦੇ 400 ਘੋੜਸਵਾਰ ਲੈ ਆ ਕੇ ਉਸਦੀ ਹੈਲਪ ਕੀਤੀ। ਬਟ ਕੁਛ ਮਿਸਅੰਡਰਸਟੈਂਡਿੰਗ ਹੋ ਗਈ ਜਿਸ ਦੇ ਕਾਰਨ ਮਹਾਰਾਜ ਸਿੰਘ ਮੂਲ ਰਾਜ ਨੂੰ ਛੱਡ ਕੇ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀ ਵਾਲਾ ਦੇ ਨਾਲ ਆ ਕੇ ਮਿਲ ਜਾਂਦੇ ਨੇ ਤੇ ਰਿਵੋਲਟ ਵਿੱਚ ਇਹਨਾਂ ਦਾ ਸਾਥ ਦਿੰਦੇ ਨੇ। ਤੇ ਚਤਰ ਸਿੰਘ ਅਟਾਰੀ ਵਾਲਾ ਵੀ ਨਿਜ਼ਾਮ ਹੁੰਦੇ ਨੇ ਕਿੱਥੋਂ ਦੇ ਹਜ਼ਾਰਾ ਦੇ ਠੀਕ ਹੈ ਇਹ ਹਜ਼ਾਰਾ ਦੇ ਨਿਜ਼ਾਮ ਹੁੰਦੇ ਨੇ। ਤੇ ਦੇਖੋ ਇਹਨਾਂ ਦੀ ਹੈਲਪ ਕਰਨ ਲਈ ਜਿਸ ਤਰ੍ਹਾਂ ਕਿ ਹਰ ਇੱਕ ਆਪਣੇ ਪੜ੍ਹਿਆ ਸੀ ਟ੍ਰੀਟੀ ਆਫ ਬੈਰੋਵਾਲ ਦੇ ਵਿੱਚ ਜੋ ਲਾਹੌਰ ਸੂਬੇ ਸੀ 8 ਠੀਕ ਹੈ ਜੀ ਉਹਦੇ ਵਿੱਚ ਛੋਟੇ ਏਰੀਆ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਤੇ ਉਸ ਤੇ 8 ਸਰਦਾਰ ਬਣਾਏ ਗਏ ਸੀਗੇ ਕੌਂਸਲ ਦੇ ਠੀਕ ਹੈ। ਤਾਂ ਚਤਰ ਸਿੰਘ ਕਿਸੇ ਹਜ਼ਾਰਾ ਦਾ ਬਣਾਇਆ ਜਾਂਦਾ ਹੈ ਤੇ ਚਤਰ ਸਿੰਘ ਦੀ ਹੈਲਪ ਦੇ ਲਈ ਇੱਕ ਅੰਗਰੇਜ਼ ਅਫਸਰ ਰੱਖਿਆ ਜਾਂਦਾ ਹੈ ਜਿਸ ਦਾ ਨਾਮ ਕੀ ਸੀ ਕੈਪਟਨ ਅਬੋਟ ਠੀਕ ਹੈ ਜੀ ਕੈਪਟਨ ਅਬੋਟ ਨੂੰ ਚਤਰ ਸਿੰਘ ਦੀ ਹੈਲਪ ਦੇ ਲਈ ਰੱਖਿਆ ਜਾਂਦਾ ਹੈ। ਬਟ ਕੈਪਟਨ ਅਬੋਟ ਦਾ ਜੋ ਰਵੱਈਆ ਸੀਗਾ ਚਤਰ ਸਿੰਘ ਦੇ ਲਈ ਉਹ ਅੱਛਾ ਨਹੀਂ ਸੀਗਾ ਉਹ ਵਧੀਆ ਨਹੀਂ ਸੀ। ਉਹ ਥੋੜ੍ਹਾ ਜਿਹਾ ਆਪਣੀ ਆਕੜ ਰੱਖਦਾ ਸੀਗਾ ਖੁਦ ਥੋੜ੍ਹਾ ਜਿਹਾ ਐਰੋਗੈਂਸ ਸੀਗਾ ਜਾਣੀ ਕਿ ਹੰਕਾਰੀ ਸੀਗਾ ਜੋ ਗੱਲ ਚਤਰ ਸਿੰਘ ਨੂੰ ਪਸੰਦ ਨਹੀਂ ਸੀ ਠੀਕ ਹੈ ਜੀ। ਤਾਂ ਉਹ ਕੀ ਸੀ ਕੈਪਟਨ ਅਬੋਟ ਦੇ ਖਿਲਾਫ ਵਿਦਰੋਹ ਕਰਦਾ ਹੈ ਉਸਦੇ ਖਿਲਾਫ। ਤਾਂ ਉਸਨੂੰ ਹਜ਼ਾਰਾ ਦੀ ਜੋ ਨਿਜ਼ਾਮ ਦੀ ਪੋਸਟ ਤੋਂ ਉਤਾਰ ਦਿੱਤਾ ਜਾਂਦਾ ਹੈ ਬ੍ਰਿਟਿਸ਼ਰ ਵੱਲੋਂ। ਸ਼ੇਰ ਸਿੰਘ ਅਟਾਰੀ ਵਾਲਾ ਚਤਰ ਸਿੰਘ ਅਟਾਰੀ ਵਾਲਾ ਦਾ ਸਨ ਹੈ ਉਸਦਾ ਬੇਟਾ ਹੈ। ਤੇ ਜਦ ਸ਼ੇਰ ਸਿੰਘ ਅਟਾਰੀ ਵਾਲਾ ਨੂੰ ਪਤਾ ਲੱਗਦਾ ਹੈ ਕਿ ਮੇਰੇ ਪਿਤਾ ਨੂੰ ਹਜ਼ਾਰਾ ਦੀ ਨਿਜ਼ਾਮ ਦੀ ਪੋਸਟ ਤੋਂ ਉਤਾਰ ਦਿੱਤਾ ਗਿਆ ਤਾਂ ਸ਼ੇਰ ਸਿੰਘ ਅਟਾਰੀ ਵਾਲਾ ਵੀ ਵਿਦਰੋਹ ਸ਼ੁਰੂ ਕਰ ਦਿੰਦਾ ਹੈ ਅੰਗਰੇਜ਼ਾਂ ਦੇ ਖਿਲਾਫ ਠੀਕ ਹੈ ਜੀ। ਦੇਖੋ ਹੁਣ ਮੂਲ ਰਾਜ ਠੀਕ ਹੈ ਜੀ ਮੂਲ ਰਾਜ ਚਤਰ ਸਿੰਘ ਐਂਡ ਸ਼ੇਰ ਸਿੰਘ ਅਟਾਰੀ ਵਾਲਾ
ठीक है, शेर सिंह अटारी वाला इन्होंने विद्रोह तो शुरू कर दिता, बट आपने पिछे पढ़िया कि इस विद्रोह के कराने के पिछे किसका एक प्लान सीगा, डलहौजी एंड ठीक है क्यूरी का, डलहौजी एंड क्यूरी का एक प्लान सी। तो इन्होंने तिन्हों के विद्रोह के नाल डलहौजी के क्यूरी नूं एक मौका मिल जाता, एक अपॉर्चुनिटी मिल जाती है सिखां दे विरुद्ध लड़ाई शुरू करने के लिए। ठीक है जी, सिख विरुद्ध लड़ाई शुरू करने के लिए ते सिख नूं जो पंजाब सीगा उसनूं आपदे अंडर अनैक्सड करने के लिए। ठीक है जी, तो डलहौजी क्यूरी है वह जो ह्यूग ठीक है जी ह्यूग गॉज की लीडरशिप के अंडर ब्रिटिश आर्मी नूं भेज देंगे। ठीक है, ब्रिटिश आर्मी नूं भेज देने ते 9 नवंबर 1848 नूं 9 नवंबर 1848 नूं ठीक है ब्रिटिश ने जो इन द लीडरशिप ऑफ ह्यूग गॉज उसकी लीडरशिप दे विच सतलुज नूं पार कर लेंदे ने, सतलुज नूं पार कर लेंदे नेगे। ठीक है, तो उस तो बाद जो रिबेलियन होया सीगा उस 13 नवंबर 1848 दे विच ठीक है जी 13 नवंबर 1848 दे विच ब्रिटिशर की ने यह लाहौर पहुँच जाते हैं, जिस तो बाद की शुरू होंदी है सैकेंड एंगलो सिख वॉर। सैकेंड एंगलो सिख वॉर स्टार्ट होंदी है इस तो बाद। ठीक है जी, तो ये सी सारे कारण जो कि सैकेंड एंगलो सिख वॉर के होने दे। ठीक है, दूसरी सिखां ते फिरंगियां विचकार हुई युद्ध के कारण सारे ये सीगे मेन कारण। तुसीं इन्हां नूं एक तरह नाल याद रखना है कि की कारण सी। ठीक है, हुण आउंदियां ने बैटल्स। सैकेंड एंगलो सिख वॉर के टाइम किहड़ियां बैटल्स हुई सी, मेन 4 बैटल्स हुई सी। बैटल ऑफ रामनगर देखो 13 नवंबर 1848 दे विच ठीक है ब्रिटिश जो लाहौर पहुँच जाते हैं, तो 22 नवंबर 1848 दे विच पहली बैटल होंदी है बैटल ऑफ रामनगर। उस तो बाद बैटल होंदी है बैटल ऑफ चिलियांवाला 13 जनवरी 1849 दे विच, फिर होंदी है बैटल ऑफ मुल्तान 22 जनवरी 1849 दे विच, ते बैटल ऑफ गुजरात 21 फरवरी 1849 दे विच। जो पहलियां 2 बैटल सीगियां, पहलियां 2 बैटल्स सिख जिते सीगे। ठीक है, सिख जिते सीगे ते आखिरी 2 बैटल्स ब्रिटिश जिते सीगे। ठीक है, ब्रिटिश जिते सीगे। नैक्सट ठीक है, हुण अपने पढ़नी है हर एक बैटल की कदों हुई, ठीक है कित्थे हुई, कौन सिख लीडर सी, कौन ब्रिटिश लीडर से, कौन जित्तिया सीगा। तो पहली बैटल होंदी है बैटल ऑफ रामनगर 22 नवंबर 1848 दे विच रामनगर की जगह ते शेर सिंह अटारी वाला चतर सिंह अटारी वाला दे सन शेर सिंह अटारी वाला लीडर जो बैटल दे विच लीड करते हैं सिख फोर्सिस नूं, ते ब्रिटिश कौन सी सर ह्यूग गॉज, सर गॉज लिखा है। ठीक है, वह लीड कर रहे सी ब्रिटिशर नूं, ते इस दे विच शेर सिंह अटारी वाला की सूझबूझ के कारण सिख जितते नेगे। ठीक है, सिख फॉर्म जो सिख फौज है, सिख आर्मी है, वह विजेता होंदी है बैटल ऑफ रामनगर की। उस तो बाद बैटल ऑफ चिलियांवाला यह होंदी है 13 जनवरी 1849 दे विच चिलियांवाला नाम की जगह दे ते इस दे विच भी लीड कौन कर रहे हैं, शेर सिंह अटारी वाला। शेर सिंह अटारी वाला सिख फोर्सिस नूं लीड कर रहे हैं ते ब्रिटिश नूं लीड कर रहा सर ह्यूग गॉज, ते इहदे विच भी कौन जितते हैं, सिख फोर्सिस जितदियां ने। देखो बैटल ऑफ चिलियांवाला नूं कहा जाता है बैटल ऑफ वाटरलू, बैटल ऑफ वाटरलू इन पंजाब। ठीक है, पंजाब दी लड़ाइयां विच बैटल ऑफ वाटरलू किस नूं कहा जाता है, बैटल ऑफ चिलियांवाला नूं कहा जाता है बैटल ऑफ वाटरलू। ठीक है, किस तरह वाटरलू दे विच ठीक है नपोलियन हारिया सीगा ते नपोलियन दी उस तो बाद हार शुरू हो गई सी, नपोलियन हारदा गया सी। उसे प्रकार बैटल ऑफ चिलियांवाला एक आखिरी लड़ाई सी जिस विच सिख फोर्स जित्तियां सी ते ब्रिटिशर्स का बहुत ज़्यादा नुकसान होया सी, बट इस तो बाद सिखां दी हार शुरू हो गई ते उस तो बाद जो सिख राज एंड दे विच खत्म होकर ब्रिटिश रूल दे विच मिल जाता है। ठीक है, तो पूछा जाता है कि बैटल ऑफ वाटरलू किस नूं कहा जाता है, तो वह कहा जाता है बैटल ऑफ चिलियांवाला नूं। उस तो बाद होंदी है बैटल ऑफ मुल्तान। देखो एग्जामिनर जो कई बार कन्फ्यूज करने की क्वेश्चन की पाता है कि 4 बैटल जित्तियां इस विचों सैकेंड एंगलो सिख वॉर के टाइम किहड़ी हुई, क्योंकि बैटल ऑफ मुल्तान ये भी एम ते पैंदी है, तो बैटल ऑफ मुदकी बच्चा मुल्तान ते मुदकी दे विच कन्फ्यूज हो जाता है। ये स्पैशली याद रखना है कि 4 बैटल्स हुई ने सैकेंड एंगलो सिख वॉर के टाइम, किहड़ियां बैटल ऑफ रामनगर, बैटल ऑफ चिलियांवाला, बैटल ऑफ मुल्तान एंड बैटल ऑफ गुजरात, ते 5 होईयां सीगियां पहली एंगलो सिख वॉर के टाइम। किहड़ियां ने बैटल ऑफ मुदकी, बैटल ऑफ फिरोज शहर, बैटल ऑफ बद्दोवाल, बैटल ऑफ अलीवाल ते बैटल ऑफ सबराऊं। ये चीज़ां अपने याद रखने मेन जो मेनली क्वेश्चन आ जाते हैं
ਆਪਾਂ ਕਹਿੰਦੇ ਹਾਂ कि ਇਹ ਜਾ ਕੇ क्वेश्चन पूछू बट एग्जामिनर ਆਪਾਂ ਨੂੰ ਕਨਫਿਊਜ਼ ਕਰਨ ਲਈ बैटल्स ਦੇ ਨਾਮ ਹੀ ਪੁੱਛ ਲੈਂਦਾ क्योंकि ਬੱਚਾ ਸਭ ਕੁਝ ਚੀਜ਼ਾਂ ਯਾਦ ਰੱਖ ਸਕਦਾ कि इसका लीडर कौन सी वो सी बट कई बार ਬੱਚਾ जो कि है बैटलों के नाम भुल जाता है कि सैकेंड एंग्लो सिख वॉर टाइम किहड़ी बैटल्स हुई सीगियां ते फस्ट टाइम किहड़ियां। तो तुसीं सब तो पहला यही याद रखना है, आपदा लिख के देखो इसनूं ठीक है, सारियां बैटल्स इसनूं याद करो ठीक। बैटल ऑफ मुल्तान देखो इसनूं आपां पिछे डिटेल नाल पढ़ चुके हैं कि रिवोल्ट ऑफ मुल्तान दे विच ठीक है। इस टाइम इसका लीडर कौन सी मूलराज ते 22 जनवरी 1849 दे विच हुंदी है ठीक है। उदों ये बैटल शुरू हो जाती है रिवोल्ट तो बाद ते जनरल विस ठीक है, ये इंपॉर्टेंट है क्योंकि मूलराज दे विच कौन ब्रिटिश आर्मी का लीड कर रहा सीगा, तो वो सीगा जनरल विश। जनरल विश ने मुल्तान दे विच ठीक है ब्रिटिश आर्मी नूं लीड किया ते मूलराज नूं हराया ते इस तो बाद कौन जित्तिया सीगा, इस दे विच ब्रिटिश फोर्सिस जित्तियां सीगियां। आखिरी लड़ाई है जो एंग्लो सिख वॉर दी वो है बैटल ऑफ गुजरात, मोस्ट इंपॉर्टेंट क्यों, क्योंकि यह एक ऐसी पहली लड़ाई है जिस विच सिखां ने पहली बार गन्स का यूज़ किया सीगा ठीक है, बंदूकों की वरतों की सी। इस कारण बैटल ऑफ गुजरात नूं की कहा जाता है, बैटल ऑफ गन्स, बैटल ऑफ गन्स कहा जाता है बैटल ऑफ गुजरात नूं। ते तुसीं चीज़ याद रखनी है कि बैटल ऑफ गन्स किहड़ी लड़ाई नूं कहा जाता है, बैटल ऑफ गुजरात नूं ठीक है जी। ये क्वेश्चन पैट क्वेश्चन है, एग्जामिनर दा पाउंदा है एग्जाम दे विच जो आएगा। बैटल ऑफ गन्स किस नूं कहा जाता है, बैटल ऑफ गुजरात नूं ठीक। बैटल ऑफ गुजरात कदों हुई सी, 21 फरवरी 1849 दे विच गुजरात नाम जगह ते इस विच चतुर सिंह ते शेर सिंह अटारी वाला बहादुरी लड़े सीगे सर ह्यूगोज के खिलाफ, बट इस दे विच जित्तिया कौन सीगा, ब्रिटिश फोर्सिस जित्तियां सीगियां। तो सब तो इंपॉर्टेंट क्वेश्चन की ने, बैटल ऑफ जो बैटल ऑफ गन्स किस नूं कहा जाता है, बैटल ऑफ गुजरात नूं। बैटल ऑफ वाटरलू किस नूं कहा जाता है, बैटल ऑफ चिलियां वाला। अजे फिर भी बैटल ऑफ वाटरलू बहुत ज़्यादा घट आउंदा है, वो एग्जाम दे विच ज़्यादा नहीं आउंदा, बट बैटल ऑफ गन्स मोस्ट है। तुसीं इहनूं श्योर शॉट कह सकते हो कि पक्का ही आएगा, पक्का ही ये थोड़े पेपर के क्वेश्चन पिया होया कि बैटल ऑफ गन्स किस नूं कहा जाता है, बैटल ऑफ गुजरात नूं कहा जाता है। तो ये सीगियां अपनियां 4 एंग्लो सिख वॉर, सैकेंड एंग्लो सिख वॉर दीयां लड़ाइयां ठीक है। देखो इस तो बाद इस बैटल तो बाद सिखां दे कोल कोई भी लीडर नहीं बचदा ठीक है जो उन्होंने लीड करे। दूसरी गल हुण सिख इन्ने ज़्यादा ताकतवर नहीं रह जाते ठीक है। तो आखिर दे विच की हुंदा है 29 जनवरी 29 मार्च 1849 दे विच 29 मार्च 1849 दे विच ठीक है। एंग्लो सिख वॉर तो बाद ब्रिटिश की करते हैं, पंजाब नूं अनैक्सड कर लैंदे ने आपदे अंडर। जो देखो जो थोड़ा जिहा ठीक है लो लैवल का पेपर हुंदा है, जैसे कि आप कह सकते हैं क्लर्क का आ गया ठीक है। इन्हां विच वो इस डेट नूं नहीं पुछदे, वो सिर्फ ईयर पुछदे नेगे। पंजाब इंडिया दे विच ब्रिटिश ईस्ट इंडिया कंपनी विच कदों अनैक्सड होया सी, तां 1849 दे विच अनैक्सड होया सी। तां ज़्यादातर अपने जो टीचर दे पेपर हो गया जो भी हो गए ठीक है जी, इन्हां दे लई वो ज़्यादातर तुहानूं ईयर ही पुछणगे कि कदों पंजाब अनैक्सड होया सीगा ब्रिटिश अंपायर के अंडर, ब्रिटिश ईस्ट इंडिया अंडर, तो वह है 1849। बट जो थोड़ा जिहा हाई लैवल का पेपर आ जाता है कि मैं इंस्पैक्टर रैंक आ गया जो या फिर PPSC का आ गया, उस दे विचों फुल डेट पूछ सकते हैं। तो फुल डेट है 29 मार्च 29 मार्च 1849 दे विच पंजाब जो है ब्रिटिश अंपायर के अंडर आ गया सीगा, अनैक्सड हो गया सीगा ठीक है। तो उस वक्त लॉर्ड जो गवर्नर जनरल कौन सी, लॉर्ड डलहौजी। मोस्ट इंपॉर्टेंट क्वेश्चन कि इंडिया का गवर्नर जनरल कौन सी जो पंजाब अनैक्सड होया सीगा ब्रिटिश ईस्ट इंडिया कंपनी के अंडर, तो वो सी लॉर्ड डलहौजी। तो पंजाब का एज ए सोवियन स्टेट यानी कि पंजाब का एक आज़ाद सूबे की तरह ठीक है जी, जो पावर सी वो कदों खत्म हुई सीगी। पंजाब एक आज़ाद सूबे तो एक गुलाम सूबा कदों बनया सी, वो बनया सी 5 अप्रैल 1849 ठीक है। 5 अप्रैल 1849 दे विच पंजाब नूं ठीक है जो साइन कर दिते गए थे महाराजा दलीप सिंह वालों या कुछ भी कि जो पंजाब है वो अज तो ब्रिटिश ईस्ट इंडिया कंपनी के अंडर है, तो यह हुण तो एक आज़ाद सूबा नहीं है, इसकी कोई आपदी अलग तो गवर्नमेंट नहीं है, कुछ नहीं है, यह सारा किस दे अंडर है, यह ब्रिटिश अंपायर के अंडर है ठीक है। जो इसका मतलब कि ब्रिटिश ने कब्जा कदों कर लिया सीगा फुल ऑन, ये कर 29 मार्च 1849 ते ऑफिशियली जो कहने आप ऑफिशियली कदों खत्म हो गई सी, हुण तो पंजाब आज़ाद नहीं हैगा, यह पंजाब सिखां दा नहीं है, यह अंग्रेज़ों का है। अंग्रेज़ ठीक है ब्रिटिश ईस्ट इंडिया कंपनी के अंडर आऊगा, वो कदों होया सी ऑफिशियली तौर पर 5 अप्रैल 1849 तो सर हैनरी लॉरेंस जो पहले रेजिडेंट बने सी उन्होंने ही की बनाया जाता है पंजाब का गवर्नर, गवर्नर ऑफ पंजाब। फस्ट गवर्नर ऑफ पंजाब किस नूं बनाया जाता है, सर हैनरी लॉरेंस नूं पंजाब का गवर्नर बनाया जाता है। तो ये सी सारा अनैक्सेशन ऑफ पंजाब की ठीक है, ये तुमने याद रखना है।
ਪੰਜਾਬ ਕਦੋਂ ਨੈਕਸਟ ਹੋਇਆ 1849 ਦੇ ਵਿੱਚ। ਗਵਰਨਰ ਜਨਰਲ ਕੌਣ ਸੀ? ਲਾਰਡ ਡਲਹੌਜੀ। ਤੇ ਸੋਵਰੀਜਨ ਸਟੇਟ ਦਾ ਕਦੋਂ ਖਤਮ ਹੋਇਆ? 5 ਅਪ੍ਰੈਲ 1849। ਇਹ ਬਹੁਤ ਹੀ ਜ਼ਿਆਦਾ ਹਾਈ ਲੈਵਲ ਪੇਪਰ ਦੇ ਵਿੱਚ ਆਉਣ ਵਾਲਾ ਕੁਐਸਚਨ ਹੈ, ਠੀਕ ਹੈ ਜੀ। ਤਾਂ ਤੁਸੀਂ ਮੇਨਲੀ ਕੀ ਯਾਦ ਰੱਖਣਾ ਇਹ 2 ਕੁਐਸਚਨ। ਤੇ ਤੀਸਰਾ ਇਹ ਸਰ ਹੈਨਰੀ ਲਾਰੈਂਸ ਬਣੇ ਸੀਗੇ ਪਹਿਲੇ ਗਵਰਨਰ ਆਫ ਪੰਜਾਬ, ਠੀਕ ਹੈ। ਪੰਜਾਬ ਨੂੰ ਆਪਦੇ ਅੰਡਰ ਅਨੈਕਸਟ ਕਰਨ ਤੋਂ ਬਾਅਦ ਹੁਣ ਬ੍ਰਿਟਿਸ਼ਰ ਨੇ ਆਪਦਾ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਵਿੱਚ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਦੇ ਹਿਸਾਬ ਦੇ ਨਾਲ ਪੰਜਾਬ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਸੀਗਾ। ਇਸ ਦੇ ਲਈ ਉਹਨਾਂ ਨੇ ਬਹੁਤ ਸਾਰੇ, ਠੀਕ ਹੈ ਜੀ, ਮਹਿਕਮੇ ਬਣਾਏ, ਬਹੁਤ ਕੁਛ ਕੀਤਾ, ਠੀਕ ਹੈ। ਤਾਂ ਉਸ ਦੇ ਵਿੱਚ ਪਹਿਲਾ ਕੁਐਸਚਨ ਜੋ ਪੈਟ ਕੁਐਸਚਨ ਆਉਂਦੇ ਨੇ ਕਿ ਫਸਟ ਚੀਫ ਕਮਿਸ਼ਨਰ ਕੌਣ ਸੀ ਪੰਜਾਬ ਦਾ? ਤਾਂ ਉਹ ਸੀ ਸਰ ਜੌਨ ਲਾਰੈਂਸ। ਸਰ ਜੌਨ ਲਾਰੈਂਸ ਨੂੰ ਫਸਟ ਚੀਫ ਕਮਿਸ਼ਨਰ ਬਣਾਇਆ ਗਿਆ ਸੀਗਾ ਪੰਜਾਬ ਦਾ। ਪੈਟ ਕੁਐਸਚਨ ਤੁਸੀਂ ਯਾਦ ਰੱਖਣਾ, ਠੀਕ ਹੈ। ਸਰ ਜੌਨ ਲਾਰੈਂਸ ਕੌਣ ਸੀ? ਫਸਟ ਚੀਫ ਕਮਿਸ਼ਨਰ ਸੀ ਪੰਜਾਬ ਦਾ। ਇਹ ਬਣਿਆ ਸੀਗਾ 1800, ਠੀਕ ਹੈ ਜੀ, 53 ਦੇ ਵਿੱਚ। 1853 ਦੇ ਵਿੱਚ ਇਹ ਬਣਿਆ ਸੀਗਾ ਸਰ ਜੌਨ ਲਾਰੈਂਸ ਚੀਫ ਕਮਿਸ਼ਨਰ ਆਫ ਪੰਜਾਬ, ਠੀਕ ਹੈ। 18 ਜਾਨੀ ਕਿ ਆਪਾਂ ਕਹਿੰਦੇ ਹਾਂ 1853 ਦੇ ਵਿੱਚ ਜਾ ਕੇ ਚੀਫ ਕਮਿਸ਼ਨਰ ਦੀ ਪੋਸਟ ਸਟਾਰਟ ਕੀਤੀ ਸੀ ਬ੍ਰਿਟਿਸ਼ਰ ਨੇ ਪੰਜਾਬ ਦੇ ਵਿੱਚ, ਠੀਕ। ਉਸ ਤੋਂ ਬਾਅਦ 1 ਜਨਵਰੀ 1859 ਦੇ ਵਿੱਚ, ਠੀਕ ਹੈ ਜੀ, 1 ਜਨਵਰੀ 1859 ਦੇ ਵਿੱਚ ਸਰ ਜੌਨ ਲਾਰੈਂਸ ਨੂੰ ਹੀ ਕੀ ਬਣਾਇਆ ਜਾਂਦਾ ਹੈ? ਪੰਜਾਬ ਦਾ ਫਸਟ ਲੈਫਟੀਨੈਂਟ ਗਵਰਨਰ, ਠੀਕ ਹੈ ਜੀ। 1859 ਦੇ ਵਿੱਚ ਬ੍ਰਿਟਿਸ਼ ਕੀ ਕਰਦੇ ਨੇ? ਪੰਜਾਬ ਪਲੱਸ ਦਿੱਲੀ ਨੂੰ ਕਰਕੇ, ਠੀਕ ਹੈ, ਇਸ ਏਰੀਏ ਨੂੰ ਕਿਸ ਦੇ ਅੰਡਰ ਕਰ ਦਿੰਦੇ ਨੇ? ਲੈਫਟੀਨੈਂਟ ਗਵਰਨਰ ਦੇ ਅੰਡਰ ਕਰ ਦਿੰਦੇ ਨੇ, ਠੀਕ ਹੈ। ਲੈਫਟੀਨੈਂਟ ਗਵਰਨਰ ਦੇ ਅੰਡਰ ਕਰ ਦਿੰਦੇ ਕਿ ਇਹਨਾਂ ਦੋਨਾਂ ਏਰੀਆ ਨੂੰ ਕੰਬਾਈਨ ਕਰਕੇ ਇਸ ਦੇ ਉੱਤੇ ਹੁਣ ਜੋ ਇਸ ਦੀ ਸਾਰੀ ਦੇਖਭਾਲ ਕਰੇਗਾ, ਇਸ ਦਾ ਕੰਮਕਾਜ ਦੇਖੇਗਾ, ਕੌਣ ਦੇਖੇਗਾ? ਉਹ ਲੈਫਟੀਨੈਂਟ ਗਵਰਨਰ ਦੇਖੇਗਾ। ਤਾਂ ਪਹਿਲਾ ਲੈਫਟੀਨੈਂਟ ਗਵਰਨਰ ਕੌਣ ਸੀ ਪੰਜਾਬ ਦਾ? ਸਰ ਜੌਨ ਲਾਰੈਂਸ। ਕਦੋਂ ਬਣਿਆ ਸੀ? 1 ਜਨਵਰੀ 1859 ਦੇ ਵਿੱਚ, ਠੀਕ ਹੈ। 1 ਜਨਵਰੀ 1859 ਦੇ ਵਿੱਚ ਪਹਿਲਾ ਗਵਰਨਰ ਜਨਰਲ ਲੈਫਟੀਨੈਂਟ ਗਵਰਨਰ ਬਣਿਆ ਸੀਗਾ ਪੰਜਾਬ ਦਾ ਸਰ ਜੌਨ ਲਾਰੈਂਸ। ਤੇ ਸਰ ਜੌਨ ਲਾਰੈਂਸ ਤੋਂ ਬਾਅਦ ਸੀਗਾ ਇਹਨਾਂ ਦੀ ਜੋ ਜਗ੍ਹਾ ਸਾਂਭੀ ਸੀ ਉਹ ਸਾਂਭੀ ਸੀ ਸਰ ਰੋਬਰਟ, ਠੀਕ ਹੈ, ਸਰ ਰੋਬਰਟ ਮੌਂਟਗੋਮੈਰੀ। ਸਰ ਰੋਬਰਟ ਮੌਂਟਗੋਮੈਰੀ, ਠੀਕ ਹੈ। ਸਰ ਜੌਨ ਲਾਰੈਂਸ ਤੋਂ ਬਾਅਦ ਸਰ ਰੋਬਰਟ ਮੌਂਟਗੋਮੈਰੀ ਇਹ ਬਣੇ ਸੀਗੇ ਪੰਜਾਬ ਦੇ ਲੈਫਟੀਨੈਂਟ ਗਵਰਨਰ। ਇਹ 1865 ਤੱਕ ਰਹੇ ਨੇਗੇ, ਠੀਕ ਹੈ। ਇਹ 1865 ਤੱਕ ਰਹੇ ਨੇ। ਤੇ ਇਹਨਾਂ ਤੋਂ ਬਾਅਦ ਜੋ ਬਣੇ ਸੀਗੇ ਉਹ ਸੀਗੇ ਸਰ ਡੋਨਾਲਡ, ਠੀਕ ਹੈ, ਸਰ ਡੋਨਾਲਡ ਮੈਕਲੋਇਡ, ਠੀਕ ਹੈ। ਇਹ ਸੀਗੇ ਲੈਫਟੀਨੈਂਟ ਗਵਰਨਰ ਆਫ ਪੰਜਾਬ। ਤਾਂ ਇਹ 3 ਲੈਫਟੀਨੈਂਟ ਗਵਰਨਰ ਆਫ ਪੰਜਾਬ ਨੇ। ਪਹਿਲੇ ਸੀਗੇ ਸਰ ਜੌਨ ਲਾਰੈਂਸ। ਤਾਂ ਕਈ ਵਾਰ ਕੁਐਸਚਨ ਹੁੰਦਾ ਕਿ ਸਰ ਜੌਨ ਲਾਰੈਂਸ ਤੋਂ ਬਾਅਦ ਲੈਫਟੀਨੈਂਟ ਗਵਰਨਰ ਆਫ ਪੰਜਾਬ ਕੌਣ ਬਣਿਆ ਸੀ? ਤਾਂ ਉਹ ਬਣਿਆ ਸੀ ਸਰ ਰੋਬਰਟ ਮੌਂਟਗੋਮੈਰੀ। ਇਹ ਤੁਸੀਂ 2 ਯਾਦ ਰੱਖਣੇ ਨੇ ਮੇਨਲੀ। ਅਗਰ ਆਪ 3rd ਯਾਦ ਰੱਖ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ, ਬਟ ਅਗਰ ਨਹੀਂ ਯਾਦ ਰੱਖਿਆ ਜਾਂਦਾ ਕੋਈ ਗੱਲ ਨਹੀਂ। ਤੁਸੀਂ ਇਹ 2 ਤਾਂ ਪੱਕੇ ਯਾਦ ਰੱਖਣੇ ਕਿ ਸਰ ਜੌਨ ਲਾਰੈਂਸ ਕੌਣ ਸੀਗੇ? ਫਸਟ ਲੈਫਟੀਨੈਂਟ ਗਵਰਨਰ ਸੀਗੇ ਪੰਜਾਬ ਦੇ, ਠੀਕ ਹੈ। ਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਜਗ੍ਹਾ ਕੌਣ ਆਏ ਸੀਗੇ? ਸਰ ਰੋਬਰਟ ਮੌਂਟਗੋਮੈਰੀ, ਠੀਕ ਹੈ। ਇਹ ਸੀਗਾ ਸਾਰਾ। ਉਸ ਤੋਂ ਬਾਅਦ ਪਹਿਲੀ ਰੇਲਵੇ ਲਾਈਨ ਜੋ ਰੇਲਵੇ ਪੰਜਾਬ ਦੇ ਵਿੱਚ ਚੱਲੀ ਉਹ ਕਦੋਂ ਚੱਲੀ ਸੀ? 8 ਫਰਵਰੀ 1859 ਦੇ ਵਿੱਚ, ਠੀਕ ਹੈ। 8 ਫਰਵਰੀ 1859 ਦੇ ਵਿੱਚ ਪਹਿਲੀ ਰੇਲਵੇ ਲਾਈਨ ਚਲਾਈ ਗਈ ਪੰਜਾਬ ਦੀ। ਕਿੱਥੋਂ? ਫਰੋਮ ਅੰਮ੍ਰਿਤਸਰ ਤੋਂ ਮੁਲਤਾਨ ਤੱਕ ਚਲਾਈ ਗਈ। ਤੇ ਇੰਡੀਆ ਵਿੱਚ ਕਦੋਂ ਚੱਲੀ ਸੀ ਪਹਿਲੀ ਰੇਲਵੇ? ਇਹ ਚੱਲੀ ਸੀ 16 ਅਪ੍ਰੈਲ 1853। 16 ਅਪ੍ਰੈਲ 1853। ਇਹ ਗੱਲ ਹੋ ਰਹੀ ਹੈ ਪੈਸੇਂਜਰ ਟ੍ਰੇਨ ਦੀ, ਸਵਾਰੀਆਂ ਵਾਲੀ ਰੇਲ ਗੱਡੀ ਦੀ ਗੱਲ ਕਰ ਰਿਹਾ ਮੈਂ। 16 ਅਪ੍ਰੈਲ 1853 ਦੇ ਵਿੱਚ ਚੱਲੀ ਸੀ। ਕਿੱਥੋਂ? ਬੰਬੇ ਟੂ ਠਾਣੇ, ਠੀਕ ਹੈ। ਉਸ ਟਾਈਮ ਗਵਰਨਰ ਜਨਰਲ ਕੌਣ ਸੀ ਇੰਡੀਆ ਦਾ? ਲਾਰਡ ਡਲਹੌਜੀ, ਠੀਕ ਹੈ। ਲਾਰਡ ਡਲਹੌਜੀ ਦੇ ਟਾਈਮ ਹੀ ਪਹਿਲੀ ਟ੍ਰੇਨ ਚੱਲੀ ਸੀ ਇੰਡੀਆ ਦੇ ਵਿੱਚ 16 ਅਪ੍ਰੈਲ 1853 ਦੇ ਵਿੱਚ ਬੰਬੇ ਤੋਂ ਠਾਣੇ। ਤੇ ਪੰਜਾਬ ਵਿੱਚ ਕਦੋਂ ਚੱਲੀ ਸੀ? 8 ਫਰਵਰੀ 1859 ਦੇ ਵਿੱਚ ਅੰਮ੍ਰਿਤਸਰ ਤੋਂ ਮੁਲਤਾਨ ਤੱਕ ਇਹ ਚੱਲੀ ਸੀ, ਠੀਕ। 1862 ਦੇ ਵਿੱਚ ਪੰਜਾਬ ਦੇ ਵਿੱਚ ਪੀਨਲ ਕੋਡ ਚਲਾਇਆ ਜਾਂਦਾ ਹੈ। ਤੇ ਇੰਡੀਆ ਦੇ ਵਿੱਚ ਕਦੋਂ ਚੱਲਿਆ ਸੀ? 1860 ਦੇ ਵਿੱਚ। 1860 ਦੇ ਵਿੱਚ ਇੰਡੀਆ ਦੇ ਵਿੱਚ ਚੱਲਿਆ ਸੀ ਪੀਨਲ ਕੋਡ। ਤੇ 1862 ਦੇ ਵਿੱਚ ਕਿੱਥੇ ਚੱਲਦਾ ਹੈ? ਪੰਜਾਬ ਦੇ ਵਿੱਚ ਚੱਲਦਾ ਹੈ, ਠੀਕ ਹੈ ਜੀ। ਇਹ ਸੀਗਾ ਸਾਰਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਜੋ ਪੰਜਾਬ ਦੇ ਵਿੱਚ। ਤੇ ਇਸ ਤੋਂ ਇਲਾਵਾ ਕੁਝ ਪੁਆਇੰਟ ਆਉਂਦੇ ਨੇ, ਜਿਵੇਂ ਕਿ ਪੁੱਛਿਆ ਜਾਂਦਾ ਕਿ ਗੋਰਖਾ ਵਾਰ ਕਦੋਂ ਹੋਈ ਸੀਗੀ, ਠੀਕ ਹੈ। ਗੋਰਖਾ ਵਾਰ ਹੋਈ ਸੀ 1814 ਤੋਂ ਲੈ ਕੇ 1816 ਦੇ ਵਿੱਚ, ਠੀਕ ਹੈ। 1814 ਤੋਂ ਲੈ ਕੇ 1816 ਦੇ ਵਿੱਚ। ਇਹ ਕਿਉਂ ਇੰਪੋਰਟੈਂਟ ਹੈ ਕਿ ਗੋਰਖਾ ਵਾਰ ਤੋਂ ਬਾਅਦ ਹੀ ਜੋ ਬ੍ਰਿਟਿਸ਼ਰਸ ਨੇ ਸ਼ਿਮਲਾ ਨੂੰ ਆਪਣੇ ਅੰਡਰ ਕਰ ਲਿਆ ਸੀ, ਠੀਕ ਹੈ। ਸ਼ਿਮਲਾ ਨੂੰ ਕਿਸ ਵਾਰ ਤੋਂ ਬਾਅਦ ਬ੍ਰਿਟਿਸ਼ਰ ਨੇ ਆਪਦੇ ਅੰਡਰ ਕਰਿਆ ਸੀ, ਆਪਦੇ ਵਿੱਚ ਅਨੈਕਸਡ ਕਰਿਆ ਸੀ? ਤਾਂ ਗੋਰਖਾ ਵਾਰ ਤੋਂ ਬਾਅਦ। ਤੇ ਗੋਰਖਾ ਵਾਰ ਕਦੋਂ ਹੋਈ ਸੀ? 1814 ਤੋਂ 1816 ਦੇ ਵਿੱਚ ਹੋਈ ਸੀਗੀ ਗੋਰਖਾ ਵਾਰ, ਠੀਕ ਹੈ ਜੀ। ਦੇਖੋ
ਇਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਜਦੋਂ ਸਿੱਖਾਂ ਨੇ ਪੰਜਾਬ ਨੂੰ ਨੈਕਸਟ ਕਰ ਲਿਆ ਤਾਂ ਉਹ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ, ਠੀਕ ਹੈ, ਇੰਗਲੈਂਡ ਲੈ ਗਏ, ਲੰਡਨ ਲੈ ਗਏ। ਤਾਂ ਕੁਐਸਚਨ ਆਉਂਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਡੈਥ ਕਦੋਂ ਹੋਈ ਸੀ? ਮਹਾਰਾਜਾ ਦਲੀਪ ਸਿੰਘ ਦੀ ਡੈਥ ਕਦੋਂ ਹੋਈ ਸੀਗੀ? ਠੀਕ ਹੈ ਜੀ, ਦਲੀਪ ਸਿੰਘ ਦੀ ਡੈਥ ਕਦੋਂ ਹੋਈ ਸੀ? ਮਹਾਰਾਜਾ ਦਲੀਪ ਸਿੰਘ ਦੀ ਡੈਥ ਕਦੋਂ ਹੋਈ ਸੀ? ਇਹ ਹੋਈ ਸੀਗੀ 22 ਅਕਤੂਬਰ 1893 ਦੇ ਵਿੱਚ। 22 ਅਕਤੂਬਰ 1893 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਡੈਥ ਹੁੰਦੀ ਹੈ। ਤਾਂ ਕਿੱਥੇ ਹੋਈ ਹੈ? ਮੋਸਟ ਇੰਪੋਰਟੈਂਟ ਇਹ ਹੈ, ਇਹ ਹੁੰਦੀ ਹੈ ਪੈਰਿਸ ਦੇ ਵਿੱਚ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਡੈਥ ਹੁੰਦੀ ਹੈ 22 ਅਕਤੂਬਰ 1893 ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਤਾਂ ਇਸ ਦੇ ਨਾਲ ਹੀ ਆਪਣਾ ਅੱਜ ਦਾ ਲੈਕਚਰ ਕੰਪਲੀਟ ਹੁੰਦਾ ਹੈ। ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਤੇ ਤੁਹਾਨੂੰ ਕੁਝ ਨਵੀਂ ਜਾਣਕਾਰੀ ਇਸ ਦੇ ਵਿੱਚੋਂ ਮਿਲੀ ਹੋਵੇਗੀ। ਅਗਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।